जियो। गुरु नानक अंगद गुरु, अमरदास पद बंद। रामदास अर्जन गुरु, वर श्री हर गोविंद। हरि राय हर कृष्ण गुरु, तेग बहादुर चंद। दसवें गोविंद सिंह गुरु, नमो चरण अरविंद। श्री गुर शब्द कमाए जन, जीते पंच विकार। तिन संतन को वंदना, सिर चरणन परतार। एक अंकारा सतगुरु, तेहि परसाल सच होए। वाहिगुरु जी की फतेह, विघ्न विनाशन सोए। वाहिगुरु जी की फतेह, विघ्न विनाशन वाहेगुरु साहिब जियो दोहरा। श्री गुरु अंगद की सुता, बीबी अमरो नाम। भगत धार बप आपनो, उपजी सतगुर धाम। श्री गुरु अंगद की सुता। वाहिगुरु जी का खालसा, वाहिगुरु जी की फतेह। परम सत्कारयोग गुरु खालसा साध संगत जी, अमृत वेले तो गुरु महाराज की हजूरी विखे महानी सुंदर जीवान सज रहे। गुरबाणी स्वरूप सतगुरु साहिब जी की प्रकाश सेवा हुई है। उपरंत ग्रंथी साहिबान की सोहनी सुंदर रचना राही गुरु नानक साहब महाराज जी की जपबाणी का जाप पाठ होया है। रागी सिंघां की रचना राही श्री आसा जी की वार का कुछ श्लोकों का गुरु रामदास साहब जी के शक्तियां शब्दों से कीर्तन होया है। दूसरे पातशाह सतगुरु अंगद साहब महाराज जी का पावन पवित्र इतिहास लड़ीवार रूप पढ़ सुन रहे हाँ। जिस तरह गुरु अमरदास साहब महाराज जी गुरु अंगद साहब महाराज की हजूरी विचे पुजे ते गागर की सेवा राही सतगुरु की चरण शरण में जुड़ गए, सेवा करन लग पे। वो इतिहास आप सरवण कर रहे हैं। इस तरह आप जी के अवतार धारण की जी गस है वो कल के दीवान आप सरवण कर ली सी। फिर पूरे गुरु की ढूंढ आप हरिद्वार गंगा ते जान लग पे सन। वो 20 बारी गंगा ते पूरे गुरु की ढूंढ विच गए, पर पूरा गुरु कोई लभ्या नहीं है। ये आप जी ने उपदेश लिया नहीं है। कोई साधु के नाल मेल हो गया, वो प्रेम प्यार ऐसा होया, ख्याल रड़ गए,
ਉਹਨੂੰ ਘਰ ਦੇ ਵਿੱਚ ਵੀ ਲੈ ਆਏ। ਰਾਤ ਦੇ ਸਮੇਂ ਉੱਪਰ ਬਰਾਜੇ ਹੋਏ ਬਚਨ ਵਿਲਾਸ ਕਰ ਰਹੇ ਹੈ ਤੇ ਸਾਧੂ ਨੇ ਵਿੱਚ ਗੱਲ ਕਰਦਿਆਂ ਪੁੱਛ ਲਿਆ ਵੀ ਤੁਹਾਡੇ ਗੁਰੂ ਕੌਣ ਹੈ, ਕਿਹਨਾਂ ਤੋਂ ਤੁਸੀਂ ਉਪਦੇਸ਼ ਲਿਆ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਕਹਿ ਦਿੱਤਾ ਵੀ ਪੂਰੇ ਗੁਰੂ ਦੀ ਢੂੰਡ ਵਿੱਚ ਹਾਂ, ਪੂਰੇ ਕਿਸੇ ਨੇ ਉਪਦੇਸ਼ ਲਿਆ ਨਹੀਂ ਹੈ। ਉਹ ਸਾਧੂ ਬਹੁਤ ਨਾਰਾਜ਼ ਹੋ ਗਿਆ ਵੀ ਤੁਸੀਂ 70 ਸਾਲ ਦੀ ਅਵਸਥਾ ਵਿੱਚ ਚਲੇ ਗਏ ਹੋ, ਜੇ ਗੁਰੂ ਨਹੀਂ ਧਾਰਿਆ, ਤੁਸੀਂ ਨਗੁਰੇ ਹੋ। ਮੇਰਾ ਤਾਂ ਸਾਰੀ ਜ਼ਿੰਦਗੀ ਦਾ ਜਪ ਤਪ ਕੀਤਾ ਹੋਇਆ ਸਭ ਨਿਸਫਲ ਚਲਿਆ ਗਿਆ, ਤੁਹਾਡੇ ਨਗੁਰਿਆਂ ਦੇ ਹੱਥਾਂ ਰਾਹੀਂ ਮੈਂ ਸਭ ਕੁਝ ਖਾਂਦਾ ਪੀਂਦਾ ਰਿਹਾ ਹਾਂ। ਪਰ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਵੀ ਕਰੀਏ ਵੀ ਪੂਰੇ ਗੁਰੂ ਸਾਨੂੰ ਮਿਲੇ ਨਹੀਂ ਹੈ, ਅਧੂਰੇ ਤੋਂ ਉਪਦੇਸ਼ ਲਿਆ ਕਲਿਆਣ ਨਹੀਂ ਹੁੰਦੀ ਹੈ। ਪਰ ਉਹ ਨਿਰਾਸ਼ ਹੋ ਕੇ ਘਰੋਂ ਚਲਿਆ ਗਿਆ ਹੈ। ਆਪ ਬਹੁਤ ਉਪਰਾਮ ਹੋ ਗਏ, ਬੈਰਾਗ ਪਿੱਛੇ ਆ ਗਏ। ਫਿਰ ਪਰਮੇਸ਼ਰ ਅੱਗੇ ਬੇਨਤੀਆਂ ਕਰ ਰਹੇ ਕਿ ਮਹਾਰਾਜ ਮੈਨੂੰ ਨਹੀਂ ਪਤਾ ਵੀ ਪੂਰੇ ਸਤਿਗੁਰੂ ਕਿੱਥੇ ਹੈ। ਹੁਣ ਪੂਰੇ ਸਤਿਗੁਰੂ ਤਾਂ ਸਰਬ ਥਾਵਾਂ ਵਿੱਚ ਵਿਆਪਕੀ ਹੁੰਦੇ। ਆ ਮਹਾਰਾਜ ਆਪ ਹੀ ਹੁਣ ਕਿਰਪਾ ਕਰੋ, ਪੂਰੇ ਸਤਿਗੁਰੂ ਨਾਲ ਮੇਰਾ ਮੇਲ ਮਿਲਾਪ ਹੋ ਜਾਏ, ਮੈਂ ਉਪਦੇਸ਼ ਦੇ ਕੇ ਗੁਰਗੁਰੇ ਦੀ ਮੈਲ ਨੂੰ ਲਾ ਦੇਵਾਂ, ਪੂਰੇ ਗੁਰੂ ਦੀ ਸੇਵਾ ਕਰਕੇ ਆਪਣਾ ਭਲਾ ਕਰ ਲਵਾਂ। ਇਸ ਤਰ੍ਹਾਂ ਰਾਤ ਦੇ ਸਮੇਂ ਬਰਾਜੇ ਹੋਏ ਬੈਠੇ ਹੋਏ, ਨੀਂਦ ਨਹੀਂ ਆ ਰਹੀ ਹੈ, ਬੇਨਤੀਆਂ ਜੋਦੜੀਆਂ ਕਰ ਰਹੇ। ਅੰਮ੍ਰਿਤ ਵੇਲੇ ਦੇ ਸਮੇਂ ਜਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸਪੁੱਤਰੀ ਰਾਹੀਂ ਪੂਰੇ ਗੁਰੂ ਦੀ ਕੰਸੋਲ ਲੱਗੀ। ਫਿਰ ਆਪ ਜੀ ਪੂਰੇ ਗੁਰੂ ਦੀ ਚਰਨ ਛੰਨ ਵਿੱਚ ਚੱਲ ਕੇ ਆਏ, ਸੇਵਾ ਵਿੱਚ ਜੁਟ ਗਏ। ਉਹ ਪ੍ਰਸੰਗ ਅੱਜ ਆ ਰਿਹਾ ਹੈ। ਜਿਸ ਤਰ੍ਹਾਂ ਵੀ ਇਹ ਸਾਰਾ ਪ੍ਰਸੰਗ ਖੋਲ ਕੇ ਬੜੇ ਵਿਸਥਾਰ ਨਾਲ ਆ ਰਿਹਾ ਹੈ, ਆਪਾਂ ਮਨ ਲਾ ਕੇ ਸੁਣੀਏ ਜੀ। ਸ੍ਰੀ ਗੁਰੂ ਅੰਗਦ ਕੀ ਸੁਤਾ। ਕਵੀ ਸੰਤ ਰੇਣ ਜੀ ਕਹਿ ਰਹੇ ਹੈ ਕਿ ਸਰੋਤਾ ਜਨੋ, ਜਦੋਂ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਰਾਤ ਸਮੇਂ ਬੈਠੇ ਹੋਏ ਬੇਨਤੀਆਂ ਕਰ ਰਹੇ ਸੀ, ਇੱਧਰ ਜੋ ਇਹਨਾਂ ਦੇ ਘਰ ਦੇ ਵਿੱਚ ਵਿਵਾਹੀ ਹੋਈ ਸੀ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸਪੁੱਤਰੀ ਬੀਬੀ ਅਮਰੋ ਨਾਮ। ਇਹਦਾ ਇਸ ਤਰ੍ਹਾਂ ਜਿਹੜਾ ਨਾਮ ਹੈ ਬੀਬੀ ਅਮਰੋ ਜੀ ਕਰਕੇ ਪ੍ਰਸਿੱਧ ਹੈ ਸੀ। ਭਗਤ ਧਾਰ ਬਾਪ ਆਪਨ। ਕਹਿੰਦੇ ਜਿਹੜੀ ਪਰਮੇਸ਼ਰ ਦੀ ਪ੍ਰੇਮਾ ਭਗਤੀ ਹੈ, ਉਸੇ ਨੇ ਮਾਨੋ ਆਪਣਾ ਜਿਹੜਾ ਬੀਬੀ ਅਮਰੋ ਦਾ ਹੀ ਸਰੀਰ ਧਾਰਨ ਕੀਤਾ ਹੋਇਆ ਹੈ। ਉਪਜੀ ਸਤਿਗੁਰ ਧਾਮ। ਅੰਗਦ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਜਿਹੜੀ ਹੈ ਭਗਤੀ ਉਸ ਪੁੱਤਰੀ ਬਣ ਕੇ ਪੈਦਾ ਹੋਈ ਹੈ। ਨਿਸ਼ਾਨੀ ਛੰਦ ਹੁਤੋ ਭਤੀਜਾ ਅਮਰ ਜੀ। ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਭਤੀਜਾ ਇੱਕ ਹੈ ਸੀ, ਸਾਵਣ ਮਲ ਨਾਮਾ। ਜਿਸਦਾ ਨਾਮ ਸੀ ਭਾਈ ਸਾਵਣ ਮਲ ਜੀ। ਤਿਸ ਕੇ ਸੰਗ ਵਿਆਹੀ ਇਹੋ। ਇਹ ਸਾਵਣ ਮਲ ਦੇ ਨਾਲ ਗੁਰੂ ਅੰਗਦ ਸਾਹਿਬ ਦੀ ਜਿਹੜੀ ਸਪੁੱਤਰੀ ਬੀਬੀ ਅਮਰੋ ਹੈ, ਉਹਦੀ ਸ਼ਾਦੀ ਹੋਈ ਸੀ, ਵਿਆਹੀ ਹੋਈ ਸੀ। ਸ਼ੁਭ ਗੁਣ ਅਬਿਰਾਮਾ। ਜਿਹੜੀ ਸਪੁੱਤਰੀ ਹੈ ਚੰਗੇ ਗੁਣਾਂ ਵਾਲੀ ਹੈ। ਵਿਦਾ ਹੋਏ ਪਿਤ ਪਾਸ ਤੇ। ਆਪਣੇ ਪਿਤਾ ਗੁਰੂ ਅੰਗਦ ਸਾਹਿਬ ਮਹਾਰਾਜ ਤੋਂ ਵਿਦਿਆ ਹੋ ਕੇ ਆਗਿਆ ਲੈ ਕੇ ਸਸੁਰਾਰ ਦਪੰਤੀ। ਜਿੱਥੇ ਆਪਣਾ ਸਹੁਰਾ ਘਰ ਹੈ ਉੱਥੇ ਕਹਿੰਦੇ ਆਪਣੇ ਪਤੀ ਸਤੀ ਨਾਲ ਰਹਿ ਰਹੀ ਹੈ। ਗੁਰਬਾਣੀ ਮਹਿ ਹਿਤ ਅਦਕ। ਇਹ ਬੀਬੀ ਅਮਰੋ ਦਾ ਗੁਰਬਾਣੀ ਪੜ੍ਹਨ ਪੜਾਉਣ ਵਿੱਚ ਬੜਾ ਪ੍ਰੇਮ ਪਿਆਰ ਹੈ। ਅਮਰੋ ਮਤਵੰਤੀ। ਇਹ ਜਿਹੜੀ ਬੀਬੀ ਅਮਰੋ ਬੜੀ ਅਕਲ ਬੁੱਧ ਵਾਲੀ ਹੈ, ਬਹੁਤ ਸਿਆਣੀ ਹੈ। ਮਹਿਮਾ ਲਖੀ ਨ ਕਿਨਹੂ ਤੇ ਹੈ। ਭਾਵੇਂ ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਦੇ ਵਿੱਚ ਇਹ ਰਹਿ ਰਹੀ ਹੈ, ਪਰ ਕਿਸੇ ਪਰਿਵਾਰ ਦੇ ਜੀ ਨੇ ਵੀ ਇਹ ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਮਹਾਨ ਹੈ, ਇਹ ਬਾਣੀ ਪੜ੍ਹਨ ਵਾਲੀ ਹੈ,
नाम जपण वाली है, सेवा सेवन वाली, किसी ने कोई महिमा नहीं जानी है। नित प्रत इम ठानै इधर बीबी हमेशा इस तरह का क्रिया कर्म कर रहे। गृह धंधा सब दिन कर है, सारा दिन तक घर का धंधा काम करदियां रहंदे। तिन आए समानै परिवार दे जी कहंदे उस तरह खड़े मथे आग्या मनदी है। जागै है पाछल रात को हमेशा का नित्य कर्म यह है भी पिछली रात रहंदे 3 घंटे रात रहंदे बीबी जाग पैंदी है। कर शौच इशनाना सब तो पहला कहंदे सचाचार कर दिए। ओम राधारक जी क्रिया करके हथ मंजने जल नाल सचाकार कर दे। दातन कुरला करके उदों बाद इशनान कर लेंदी है। श्री नानक बानी पठ है, उदों बाद जो गुरु नानक साहब जी की उच्चारण की हुई बाणी उन्होंने पढ़ लग पैंदी है। कर प्रेम महाना बड़ा चटीनी बहुत प्रेम प्यार करती हुई। तिस निस उठ सतगुर सिमर जिदन गुरु अमरदास साहब रात ਨੂੰ ਜਾਗ ਰਹੇ ਸੀ, ਉਸੇ ਰਾਤ ਨੂੰ ਇਹ ਬੀਬੀ ਜਿਹੜੀ ਹੈ ਆਪਣੇ ਨਿਤਨੇਮ ਕਰਮ ਅਨੁਸਾਰ ਉੱਠ ਕਰਕੇ ਅੰਮ੍ਰਿਤ ਵੇਲੇ ਮੱਜਨ ਕੋ ਠਾਨਾ ਇਸਨੇ ਕਹਿੰਦੇ ਪਹਿਲਾ ਇਸ਼ਨਾਨ ਵਗੈਰਾ ਕੀਤਾ ਹੈ। ਜਪਜੀ ਆਸਾ ਵਾਰ ਪਠ ਪਹਿਲਾ ਜਪਜੀ ਸਾਹਿਬ ਦਾ ਪਾਠ ਕੀਤਾ, ਫਿਰ ਆਸਾ ਦੀ ਵਾਰ ਦਾ ਪਾਠ ਕਰ ਲਿਆ ਹੈ। ਪੁਨ ਸ਼ਬਦ ਪਠਾਨਾ ਫਿਰ ਜੋ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਰਾਹੀਂ ਕੋਈ ਹੋਰ ਸ਼ਬਦ ਉਚਾਰਨ ਕੀਤੇ, ਉਹ ਇਹ ਕਹਿੰਦੇ ਉਚਾਰਨ ਲੱਗ ਪਈ, ਪੜ੍ਹਨ ਲੱਗ ਪਈ। ਦਦੀ ਬਿਲੋਵਤ ਸਹਿਜ ਸੋ ਨਾਲੇ ਸਹਿਜ ਸਹਿਜ ਹੌਲੀ ਹੌਲੀ ਦਹੀਂ ਰੜਕੀ ਜਾ ਰਹੀ ਹੈ। ਮੁਖ ਬੋਲਤ ਬਾਣੀ ਮੁਖੋਂ ਬਾਣੀ ਬੋਲ ਰਹੀ ਹੈ, ਬਾਣੀ ਪੜੀ ਜਾ ਰਹੀ ਹੈ। ਹੋਏ ਪ੍ਰਸੰਨ ਕਰ ਪ੍ਰੇਮ ਸੋ ਬਹੁਤ ਹੀ ਪ੍ਰੇਮ ਨਾਲ ਤੇ ਬਹੁਤ ਹੀ ਪ੍ਰਸੰਨ ਹੋ ਕੇ ਨਿਜ ਬ੍ਰਿਤੀ ਟਿਕਾਣੇ ਆਪਣੀ ਮਨ ਦੀ ਜਿਹੜੀ ਬਿਰਤੀ ਹੈ ਉਹ ਟਿਕਾਈ ਹੋਈ ਬਾਣੀ ਵਿੱਚ ਅਹਿਮ ਬਿਰਤੀ ਟਿਕਾ ਕੇ ਬਾਣੀ ਪੜ ਰਹੀ ਹੈ। ਨਿਜ ਘਰ ਪਰ ਸ੍ਰੀ ਅਮਰ ਜੀ ਇਧਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਪਣੇ ਘਰ ਦੇ ਉੱਪਰ ਚਿੰਤਾ ਗਲ ਤਾਨੇ ਸਾਰੀ ਰਾਤ ਦੇ ਬੈਠੇ ਹੋਏ ਚਿੰਤਾ ਵਿੱਚ ਲੀਨ ਹੋਏ ਪਏ ਸਨ। ਜਾਗੇ ਸਗਲੀ ਜਾਮਨੀ ਸਾਰੀ ਰਾਤ ਹੀ ਚਿੰਤਾ ਵਿੱਚ ਜਾਗਦੇ ਰਹੇ। ਪੁਨ ਪੁਨ ਪਛਤਾਨੇ ਬਾਰ ਬਾਰ ਪਛਤਾਵਾ ਕਰਦੇ ਵੀ 70 ਸਾਲ ਦੀ ਉਮਰ ਹੋ ਗਈ ਹੈ, ਪੂਰੇ ਗੁਰੂ ਦਾ ਮਿਲਾਪ ਨਹੀਂ ਹੋਇਆ ਹੈ, ਉਪਦੇਸ਼ ਲਿਆ ਨਹੀਂ ਹੈ, ਨਗੁਰੇ ਪੁਣੀ ਦੀ ਮਹਿਲ ਲੱਗੀ ਹੈ, ਬਹੁਤ ਮਾੜਾ ਕਰਮ ਹੈ ਕੋਈ। ਸਤਿਗੁਰ ਦਰਸ਼ਨ ਚਿਤਵਤੇ ਬਸ ਮਨ ਵਿੱਚ ਸੋਚਾਂ ਕਰਦੇ ਆ ਕਿਵੇਂ ਨਾ ਕਿਵੇਂ ਪੂਰੇ ਸਤਿਗੁਰੂ ਦੇ ਸਾਨੂੰ ਦਰਸ਼ਨਦਾਰ ਹੋ ਜਾਵਣ। ਬੇਨਤੀ ਬਹੁ ਭਾਖੇ ਇਸ ਤਰ੍ਹਾਂ ਪਰਮੇਸ਼ਰ ਅੱਗੇ ਬੜੀਆਂ ਬੇਨਤੀਆਂ ਕਹਿੰਦੇ ਕਰਦੇ ਹੈ। ਜਾਨ ਨਿਸਾਤੇ ਧੁਨ ਪਰੀ ਜਦੋਂ ਪੈਰ ਰਾਤ ਰਹਿ ਗਈ ਹੈ ਤੇ ਉਸ ਵੇਲੇ ਕੋਈ ਬਾਣੀ ਦੀ ਆਵਾਜ਼ ਇਹਨਾਂ ਦੇ ਕੰਨਾਂ ਵਿੱਚ ਪਈ ਹੈ। ਸੁਨ ਮਨ ਅਬ ਲਾਖੇ ਉਹ ਆਵਾਜ਼ ਸੁਣ ਕੇ ਮਨ ਬੜਾ ਕਾਵਾਨ ਹੋਇਆ, ਚਾਹਵਾਨ ਹੋਇਆ, ਮਰੇ ਦਿਲ ਨੂੰ ਖਿੱਚਿਆ ਗਿਆ। ਸੁਣਨ ਲਗੇ ਮਨ ਰੋਕ ਕੈ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਪਣੇ ਮਨ ਨੂੰ ਟਿਕਾ ਕੇ ਰੋਕ ਕੇ ਉਹ ਬਾਣੀ ਸੁਣ ਲੱਗ ਪਏ। ਸੁੰਦਰ ਗੁਰਬਾਣੀ ਉਹ ਸੋਹਣੀ ਗੁਰੂ ਨਾਨਕ ਸਾਹਿਬ ਦੀ ਸੁੰਦਰ ਗੁਰਬਾਣੀ ਹੈ। ਚੁਬਤ ਚੀਤ ਦਰਵਤ ਰਿਦਾ ਚਿੱਤ ਵਿੱਚ ਖੁੱਭ ਰਹੀ ਹੈ, ਰਿਦਾ ਢਲ ਰਿਹਾ, ਨਰਮ ਹੋ ਰਿਹਾ। ਰੁਚ ਜਗੀ ਮਹਾਨੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਹੋਰ ਬਹੁਤੀ ਰੁਚੀ ਜਾਗੀ ਵੀ ਨੇੜੇ ਹੋ ਕੇ ਬਾਣੀ ਸੁਣੀਏ। ਤਹ ਤੇ ਉੱਠ ਹੋਏ ਨਿਕਟ ਤੇ ਉੱਪਰੋਂ ਉੱਠ ਕੇ ਤੇ ਨੇੜੇ ਜੇ ਹੋ ਗਏ ਹਨ। ਓਟਾ ਕਛ ਲੀਨਾ ਬਜ਼ੁਰਗ ਅਵਸਥਾ ਹੋਣ ਕਰਕੇ ਉਹ ਬੀਬੀ ਅਮਰੋਂ ਤੋਂ ਥੋੜਾ ਜਿਹਾ ਕਹਿੰਦੇ ਪਰਦਾ ਜੀ ਕਰ ਲਿਆ, ਓਲਾ ਜਾ ਵੀ ਕਰ ਲਿਆ ਹੈ। ਦੇਖ ਨ ਸੁਖ ਚੈ ਮੋਹਿ ਕੋ ਮੈਨੂੰ ਦੇਖ ਕਰਕੇ ਕੋਈ ਸੰਕੋਚ ਜਾ ਨਾ ਕਰਨਾ। ਸ਼ੁਭ
ਮਤੀ ਪ੍ਰਵੀਨਾ ਕਿਉਂਕਿ ਸਿਆਣੀ ਹੈ ਚੰਗੀ ਅਕਲ ਵਾਲੀ ਹੈ। ਛਪੇ ਸੁਨਤ ਗੁਰ ਸ਼ਬਦ ਕੋ ਇਧਰ ਗੁਰੂ ਅਮਰਦਾਸ ਸਾਹਿਬ ਜੀ ਇਸ ਤਰ੍ਹਾਂ ਥੋੜੇ ਜਿਹੇ ਛੁਕੇ ਹੋਏ ਲੋਕ ਓਲੇ ਜੇ ਹੋਏ ਬਾਣੀ ਦੇ ਸ਼ਬਦ ਸੁਣੀ ਜਾ ਰਹੇ। ਥਿਤ ਕੇਤਕ ਕਾਲਾ ਇੱਕ ਸਮਾਂ ਇਸ ਤਰ੍ਹਾਂ ਟਿਕੇ ਰਹੇ ਹਨ। ਪੜਤ ਰਹੀ ਅਮਰੋ ਤਬ ਹੈ। ਇਧਰ ਗੁਰੂ ਅਮਰਦਾਸ ਗੁਰੂ ਬੀਬੀ ਅਮਰੋ ਦਿਨ ਚੜ੍ਹਦੇ ਤੱਕ ਬਾਣੀ ਪੜ੍ਹਦੀ ਰਹੀ। ਪੁੰਨ ਭਇਓ ਉਜਾਲਾ ਨੂੰ ਸੂਰਜ ਚੜ੍ਹ ਗਿਆ, ਬੜਾ ਚਾਨਣ ਹੋ ਗਿਆ, ਪ੍ਰਕਾਸ਼ ਹੋ ਗਿਆ। ਜਬ ਪ੍ਰਭਾਤ ਹੋਈ ਰਿਖੀ ਜਦੋਂ ਇਸ ਤਰ੍ਹਾਂ ਬੀਬੀ ਨੇ ਦੇਖਿਆ ਵੀ ਸਵੇਰ ਹੋ ਗਈ ਹੈ, ਤਬ ਨਿਕਟ ਸਿਧਾਰਾ ਤਦੋਂ ਇਧਰ ਗੁਰੂ ਅਮਰਦਾਸ ਸਾਹਿਬ ਜੀ ਵੀ ਬੀਬੀ ਦੇ ਕੋਲ ਚਲੇ ਗਏ। ਪੂਜਨ ਲਾਗਿਓ ਸ਼ਬਦ ਇਹ ਪੁੱਛਣ ਲੱਗ ਪਏ ਹਨ, ਇਹ ਬੀਬੀ ਇਹ ਜਿਹੜੇ ਗੁਰਬਾਣੀ ਦੇ ਸ਼ਬਦ ਹਨ ਕਿਸ ਭਾਂਤ ਉਚਾਰਾ ਕਿਸ ਤਰ੍ਹਾਂ ਤੂੰ ਪੜ੍ਹ ਸੁਣ ਰਹੀ ਹੈ। ਹੇ ਪੁੱਤਰੀ ਆਪ ਫੇਰ ਪੜ ਹੇ ਸੁਪੁੱਤਰੀ ਕਹਿੰਦੇ ਬਾਣੀ ਦੇ ਸ਼ਬਦ ਤੂੰ ਫੇਰ ਪੜ੍ਹਨਾ ਕਰ। ਮੁਝ ਦੇਹੋ ਸੁਨਾਈ ਮੈਨੂੰ ਦੁਬਾਰਾ ਇਹ ਸ਼ਬਦ ਦਾ ਪਾਠ ਕਰਕੇ ਤੂੰ ਸੁਣਾ ਦੇ। ਮਰਿਓ ਹੋ ਤੋ ਮੈਂ ਸੁਦਾ ਕੀ ਮਾਨੋ ਮੈਂ ਤਾਂ ਮਰਿਆ ਪਿਆ ਸੀ, ਤੂੰ ਬਾਣੀ ਦੀ ਜਿਹੜੀ ਆਵਾਜ਼ ਕੀਤੀ ਇਹ ਅੰਮ੍ਰਿਤ ਹੈ। ਬੂੰਦਾ ਮੁਖ ਪਾਈ ਮੂੰਹ ਦੇ ਚ ਬਾਣੀ ਦੀ ਅੰਮ੍ਰਿਤ ਦੀਆਂ ਬੂੰਦਾਂ ਤੂੰ ਪਾ ਦਿੱਤੀਆਂ, ਜਵਾਲ ਦਿੱਤਾ ਹੈ। ਕਰਿਓ ਜਵਾਵਨ ਸੁਖ ਦਇਓ ਤੂੰ ਮੈਨੂੰ ਜਿਉਂਦਾ ਕਰ ਦਿੱਤਾ, ਬੜਾ ਭਾਰੀ ਸੁਖ ਬਖਸ਼ਿਆ ਹੈ। ਇਹ ਵੱਡ ਉਪਕਾਰਾ ਇਹ ਤਾਂ ਬੀਬੀ ਤੇਰਾ ਬਹੁਤ ਵੱਡਾ ਪਰਉਪਕਾਰ ਹੋ ਗਿਆ ਮੇਰੇ ਉੱਪਰ। ਸੁਨ ਅਮਰੋ ਸੁਖ ਚਿਤ ਕੁਛਕ ਆਓ ਸਵੇਰੇ ਬੀਬੀ ਅਮਰੋ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਮਨ ਵਿੱਚ ਕੁਛ ਇਸ ਤਰ੍ਹਾਂ ਸੰਕੋਚ ਕਰ ਰਹੇ ਗੁਰ ਸ਼ਬਦ ਉਚਾਰਾ। ਪਰ ਫਿਰ ਵੀ ਕਹਿੰਦੇ ਜੋ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਆ ਉਹ ਪੜ੍ਹਨੇ ਸ਼ੁਰੂ ਕਰ ਦਿੱਤੇ। ਸ੍ਰੀ ਮੁਖ ਵਾਕ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਕਰਨੀ ਕਾਗਦ ਮਨ ਮਸਵਾਣੀ। ਦਾ ਪਹਿਲਾ ਸ਼ਬਦ ਉਹ ਬੀਬੀ ਅਮਰੋ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਅਮਰਦਾਸ ਸਾਹਿਬ ਜੀ ਨੂੰ ਸੁਣਾਇਆ, ਜਿਹੜੇ ਉਹ ਸ਼ਬਦ ਵਿੱਚ ਇਸ ਤਰ੍ਹਾਂ ਦੇ ਅਰਥ ਹੈ। ਕਰਨੀ ਕਾਗਜ਼ ਮਨ ਵਸਵਾਣੀ, ਇਹ ਜਿਹੜੀ ਆ ਚੰਗੇ ਮੰਦੇ ਕਰਮ ਕਰਨ ਵਾਲੀ ਹੈ ਦੇ, ਇਹ ਤਾਂ ਕਾਗਜ਼ ਵਾਂਗ ਹੈ, ਪੇਪਰ ਵਾਂਗ ਹੈ। ਤੇ ਜਿਹੜਾ ਮਨ ਹੈ ਪਾਪਾਂ ਕਰਕੇ ਕਾਲਾ ਹੋਇਆ ਪਿਆ, ਇਹ ਮਸਵਾਣੀ ਸ਼ਾਹੀ ਵਾਂਗ ਹੈ। ਬੁਰਾ ਭਲਾ ਦੋਇ ਲੇਖ ਇਹ ਮਨ ਰੂਪੀ ਕਹਿੰਦੇ ਸ਼ਾਹੀ ਰਾਹੀਂ ਇਸ ਤਰ੍ਹਾਂ ਕਹਿੰਦੇ ਚੰਗੇ ਤੇ ਮੰਦੇ ਦੋ ਜਿਹੜੇ ਲੇਖ ਹੈ ਇਹ ਦੇਹ ਰੂਪੀ ਕਾਗਜ਼ ਉੱਪਰ ਪੈ ਰਹੇ ਛਪ ਰਹੇ ਹਨ, ਲਿਖੇ ਜਾ ਰਹੇ ਹਨ। ਜੋ ਜੋ ਕਿਰਤ ਚਲਾਏ ਤਿਉ ਚੱਲੀਐ। ਜਿਸ ਤਰ੍ਹਾਂ ਇਹ ਚੰਗੇ ਮੰਦੇ ਜਿਹੜੇ ਲੇਖ ਹੈ ਕਿਸੇ ਪਾਸੇ ਨੂੰ ਚਲਾਉਂਦੇ ਹੈ ਤੋਰਦੇ ਹੈ, ਤਿਵੇਂ ਤਿਵੇਂ ਇਹ ਜੀਵ ਦਾ ਚੱਲਣਾ ਹੁੰਦਾ ਉਸੇ ਪਾਸੇ ਨੂੰ ਇਹ ਜਾਂਦਾ ਹੈ। ਤੋ ਗੁਣ ਨਾਹੀ ਅੰਤ ਹਰੇ। ਇਹ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਆਪ ਜੀ ਦੇ ਗੁਣਾਂ ਦਾ ਅੰਤ ਨਹੀਂ ਹੁੰਦਾ ਹੈ। ਜੇ ਉਹ ਕੋਈ ਆਕੜੀ ਦੀ ਚਾਬੀ ਇੱਕ ਪਾਸੇ ਚੜਾ ਦਈਦੀ ਦੂਸਰੇ ਪਾਸੇ ਉਤਰੀ ਜਾਂਦੀ ਹੈ, ਇਸੇ ਤਰ੍ਹਾਂ ਜੀਵ ਦੇ ਕਰਮ ਹੈ ਇੱਕ ਪਾਸੇ ਹੋਈ ਜਾਂਦੇ ਦੂਜੇ ਪਾਸੇ ਭੋਗੀ ਜਾਂਦਾ ਹੈ। ਉਹ ਘੜੀ ਦੀ ਚਾਬੀਆਂ ਇੱਕ ਪਾਸੇ ਚੜੀ ਜਾਂਦੀ, ਇੱਕ ਹੋਈ ਜਾਂਦੇ ਦੂਜੇ ਪਾਸੇ ਭੋਗੀ ਜਾਂਦਾ, ਲੱਥੀ ਜਾਂਦੇ। ਚਿਤ ਚੇਤਸ ਕੀ ਨਹੀਂ ਬਾਵਰਿਆ। ਇਸ ਕਰਕੇ ਇਹ ਬੋਲੇ ਜੀਵ ਉਹ ਜਿਹੜਾ ਪਰਮੇਸ਼ਰ ਚੇਤਨ ਸਰੂਪ ਉਹਨੂੰ ਚਿੱਤ ਵਿੱਚੋਂ ਕਿਉਂ ਨਹੀਂ ਚੇਤੇ ਕਰਦਾ, ਕਿਉਂ ਨਹੀਂ ਯਾਦ ਕਰਦਾ ਹੈ। ਹਰ ਬਿਸਰਤ ਤੇਰੇ ਗੁਣ ਗਲਿਆ। ਵਾਹਿਗੁਰੂ ਨੇ ਭੁੱਲਣੇ ਭੁਲਾਣੇ ਕਰਕੇ ਜਿੰਨੇ ਤੇਰੇ ਚੰਗੇ 100 ਗੁਣ ਹੈ ਉਹ ਸਭ ਗਲਦੇ ਜਾ ਰਹੇ, ਨਾਸ ਹੁੰਦੇ ਜਾਂਦੇ ਹਨ। ਰਹਾਉ ਜਾਲੀ ਰਹਿਣ ਜਾਲ ਦਿਨ ਹੁਆ। ਜੀਵ ਜਿਹੜੀ ਇਹ ਰਾਤ ਹੈ ਇਹ ਜਾਲੀ ਵਾਂਗ ਹੈ, ਇਹ ਵੀ ਫਾਹੀ ਵਾਂਗ ਹੈ, ਕਿਉਂਕਿ ਰਾਤ ਦੇ ਸਮੇਂ ਗੁਨਾਹ ਕਰਦਾ ਮਾੜੇ ਕੰਮ ਕਰਦਾ, ਇਹ ਵੀ ਫਾਹੀ ਰੂਪ ਹੈ ਰਾਤ ਦੁਨੀਆ।
ਤੇ ਜਿਹੜਾ ਦਿਨ ਧੰਦਿਆਂ ਵਿੱਚ ਨਿਕਲ ਜਾਂਦਾ ਹੈ ਇਹ ਵੀ ਜਾਲ ਵਾਂਗ ਫਾਹੇ ਵਾਂਗ ਹੋ ਰਿਹਾ ਹੈ। ਜੇਤੀ ਘੜੀ ਫਾਹੀ ਤੇਤੀ। ਜਿਹੜੀਆਂ ਦਿਨ ਰਾਤ ਦੀਆਂ ਘੜੀਆਂ ਹਨ ਸਭ ਕਹਿੰਦੇ ਫਾਹੀਆਂ, ਇਹ ਵੀ ਕੁੜਕੀਆਂ ਵਾਂਗ, ਇਹ ਵੀ ਫਸਾਉਣ ਵਾਲੀਆਂ ਹੀ ਹੈ, ਇਹ ਵੀ ਵਾਹਿਗੁਰੂ ਵੱਲੀ ਨਹੀਂ ਆਉਣ ਦਿੰਦੀਆਂ। ਰਸ ਰਸ ਚੋਗ ਚੁਗਹਿ ਨਿਤ ਫਾਸਹਿ। ਜਿਹੜਾ ਜੀਵ ਹੈ ਵਿਸ਼ੇ ਰਸ ਵਿੱਚ ਰਸ ਪ੍ਰੇਮ ਕਰਕੇ ਵਿਸ਼ਿਆਂ ਦਾ ਚੋਗਾ ਚੁਗਦਾ ਹੈ, ਵਿਸ਼ੇ ਰਸ ਵਿੱਚ ਫਸਿਆ ਹੋਇਆ ਜੀਵ ਰੂਪ ਪੰਛੀ ਇਸ ਤਰ੍ਹਾਂ ਇਹ ਫਸ ਰਿਹਾ ਹੈ। ਛੂਟਸ ਮੂੜੇ ਕਵਨ ਗੁਣੀ। ਇਸ ਤਰ੍ਹਾਂ ਕਹਿੰਦੇ ਕਿਹੜੇ ਗੁਣਾ ਕਰਕੇ ਮੂਰਖ ਜੀਵ ਤੇ ਤੂੰ ਛੁੱਟੇਗਾ, ਕਿਸ ਤਰ੍ਹਾਂ ਤੇਰਾ ਛੁਟਕਾਰੇ ਹੋਗਾ, ਮੁਸ਼ਕਿਲ ਹੈ। ਕਾਇਆ ਆਰਨ ਮਨ ਵਿੱਚ ਲੋਹਾ। ਇਹ ਜਿਹੜੀ ਕਾਇਆ ਹੈ ਇਹ ਤਾਂ ਆਰਨ ਪੱਠੀ ਵਾਂਗ ਹੈ ਤੇ ਮਨ ਦੇ ਵਿੱਚ ਕਹਿੰਦੇ ਲੋਹੇ ਵਾਂਗ ਪਿਆ ਹੋਇਆ ਹੈ। ਪੰਜ ਅਗਨ ਤਿਤ ਲਾਗ ਰਹੀ। ਜਿਹੜੇ ਆ ਪੰਜ ਕਾਮ ਆਦਿਕ ਹੈ ਉਹਨਾਂ ਦੀ ਬੜੀ ਭਾਰੀ ਕਹਿੰਦੇ ਜਿਹੜੀ ਅੱਗ ਲੱਗ ਰਹੀ ਹੈ। ਕੋਇਲੇ ਪਾੜ ਪੜੇ ਤਿਸ ਊਪਰ। ਕੋਇਲੇ ਪਾਪ ਪੜੇ ਤਿਸ ਊਪਰ। ਜਿਹੜੇ ਪਾਪਾਂ ਰੂਪੀ ਕੋਲੇ ਹਨ ਇਹਦੇ ਉੱਪਰ ਕਹਿੰਦੇ ਪੈ ਰਹੇ ਹਨ। ਮਨ ਜਲਿਆ ਸੰਨੀ ਚਿੰਤ ਭਈ। ਇਹਦੇ ਵਿੱਚ ਮਨ ਕਹਿੰਦੇ ਜੀਵ ਸੜ ਰਿਹਾ ਹੈ, ਸੜਦਾ ਜਾ ਰਿਹਾ ਹੈ ਤੇ ਇਸੇ ਤਰ੍ਹਾਂ ਜਿਹੜੀ ਤਰ੍ਹਾਂ ਤਰ੍ਹਾਂ ਦੀ ਚਿੰਤਾ ਹੈ ਸੰਨੀਵਾਨ ਹੋ ਰਹੀ ਹੈ। ਜੋ ਸੰਨੀ ਰਾਹੀਂ ਲੋਹੇ ਨੂੰ ਫੜ ਕੇ ਕਿਤੇ ਪਾਣੀ ਵਿੱਚ ਪਾ ਦਿੰਦੇ, ਕਿਤੇ ਭੱਠੀ ਵਿੱਚ ਸਿੱਟ ਦਿੰਦੇ ਹੁੰਦੇ ਲੋਹਾਰ। ਇਸ ਤਰ੍ਹਾਂ ਕਹਿੰਦੇ ਜੀਵ ਦੀ ਹਾਲਤ ਹੈ ਜਿਹੜੀ ਚਿੰਤਾ ਸੰਨੀ ਵਾਂਗ ਹੈ, ਕਿਤੇ ਸੁਖਾਂ ਵਿੱਚ ਕਿਤੇ ਦੁੱਖਾਂ ਵਿੱਚ। ਭਇਆ ਮਨੂਰ ਕੰਚਨ ਫਿਰ ਹੋਵੈ। ਉਹ ਕਹਿੰਦੇ ਜਿਹੜਾ ਜੀਵ ਹੈ ਇਹਦਾ ਇਹ ਪਾਪਾਂ ਨਾਲ ਸੜਿਆ, ਅਕਾਮ ਵਰਗੀ ਅੱਗ ਨਾਲ ਸੜਿਆ ਹੋਇਆ ਕਹਿੰਦੇ ਮਨੂਰਵਤ ਹੋ ਰਿਹਾ ਹੈ। ਇਹ ਮੁੜ ਕੇ ਫੇਰ ਕਹਿੰਦੇ ਸੋਨੇ ਵਰ ਸ਼ੁੱਧ ਹੋ ਸਕਦਾ ਹੈ ਜੇ ਗੁਰ ਮਿਲੈ ਤਨੇਹਾ। ਉਹੇ ਜਿਹਾ ਗੁਰੂ ਮਿਲ ਜਾਏ ਜਿਵੇਂ ਜਿਹੜੀ ਪਾਰਸ ਬੱਟੀ ਹੈ ਲੋਹੇ ਨੂੰ ਮਿਲ ਜਾਏ ਤੇ ਸੋਨਾ ਕਰ ਦਿੰਦੀ ਹੈ, ਪਰ ਜਿਹੜਾ ਮਨੂਰ ਹੈ ਨਾ ਅੱਗ ਨਾਲ ਸੜਿਆ ਹੋਇਆ ਲੋਹਾ ਉਹਨੂੰ ਪਾਰਸ ਦੀ ਬੱਟੀ ਸੋਨਾ ਨਹੀਂ ਬਣਾਉਂਦੀ ਹੈ। ਪਰ ਪਰਮ ਪਰਸ ਗੁਰ ਭੇਟੀਆ ਗੁਰੂ ਜਿਹੜੇ ਆ ਮਹਾਨ ਪਾਰਸ ਵੱਡੇ ਮਹਾਨ ਹੈ। ਇੱਥੇ ਕਹਿੰਦੇ ਜਿਹੜਾ ਮਨੂਰਵਤ ਹੋਇਆ ਨਾ ਸੜਿਆ ਗਲਿਆ ਪਾਪਾਂ ਦੀ ਅੱਗ ਨਾਲ ਉਹਨੂੰ ਵੀ ਕਹਿੰਦੇ ਸੋਨੇ ਵੱਲ ਸ਼ੁੱਧ ਕਰ ਦਿੰਦੇ। ਜੇ ਕਹਿੰਦੇ ਇਹੋ ਜਿਹਾ ਗੁਰੂ ਰੂਪੀ ਪਾਰਸ ਮਿਲ ਜਾਵੇ ਤੇ ਸੋਨੇ ਵੱਲ ਸ਼ੁੱਧ ਹੋ ਜਾਂਦਾ, 12 ਬੰਨੀ ਦਾ ਬਣ ਜਾਂਦਾ ਹੈ। ਏਕ ਨਾਮ ਅੰਮ੍ਰਿਤ ਉਹ ਦੇਵੈ। ਜਿਹੜੇ ਗੁਰੂ ਹੈ ਇੱਕ ਜਿਹੜਾ ਨਾਮ ਅੰਮ੍ਰਿਤ ਆਪਣੇ ਵੱਲੋਂ ਦੇ ਦਿੰਦੇ ਇਸ ਨੂੰ। ਤੋ ਨਾਨਕ ਤ੍ਰਿਸ਼ਟਸ ਦੇਹਾ। ਮੇਰੇ ਦੇਹਾਂ ਦੇ ਤਰ੍ਹਾਂ ਵਾਰ-ਵਾਰ ਧਾਰਨ ਵੱਲੋਂ ਕਹਿੰਦੇ ਤ੍ਰਿਸ਼ਟਸ ਕੀ ਇਸ਼ਤ ਹੋ ਜਾਂਦਾ ਹੈ। ਫਿਰ ਤਰ੍ਹਾਂ ਤਰ੍ਹਾਂ ਦੀਆਂ ਦੇਹਾਂ ਨਹੀਂ ਇਹ ਜੀਵ ਧਾਰਦਾ, ਇਹਨਾਂ ਵਿੱਚ ਨਹੀਂ ਆਉਂਦਾ ਹੈ। ਇਹ ਗੁਰੂ ਦੀ ਕਿਰਪਾ ਨਾਲ ਬਖਸ਼ਿਸ਼ ਹੁੰਦੀ ਹੈ। ਨਿਸ਼ਾਨੀ ਛੰਦ ਸੁਨ ਕੈ ਸਤਿਗੁਰ ਸ਼ਬਦ ਕੋ। ਕਿਉਂ ਗੁਰੂ ਅਮਰਦਾਸ ਸਾਹਿਬ ਜੀ ਨੇ ਜੋ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ, ਇਹਦਾ ਪਾਠ ਸੁਣ ਕੇ ਬੀਬੀ ਅਮਰੇ ਦੇ ਕੋਲੋਂ ਮਨ ਭਇਓ ਹੁਲਾਸਾ। ਮਨ ਦੇ ਵਿੱਚ ਬਹੁਤ ਹੀ ਕਹਿੰਦੇ ਹੁਲਾਸ ਹੋ ਗਿਆ, ਚਾਅ ਚੜ ਗਿਆ, ਬੜਾ ਆਨੰਦ ਹੋਇਆ ਹੈ। ਮੋਹ ਦਸ਼ਾ ਅਸ ਅਬ ਆਹੈ। ਖਿਆਲ ਕਰਦੇ ਵੀ ਮੇਰੀ ਜਿਹੜੀ ਹਾਲਤ ਹੈ ਜਿਸ ਤਰ੍ਹਾਂ ਮਹਾਰਾਜ ਦਾ ਸ਼ਬਦ ਹੈ ਨਾ ਉਹ ਸੰਸਾਰ ਹੀ ਹੈ। ਜਿਮ ਸ਼ਬਦ ਪ੍ਰਕਾਸ਼ਾ। ਇਸ ਤਰ੍ਹਾਂ ਇਹ ਸ਼ਬਦ ਵੀ ਹੈ ਕਹਿੰਦੇ ਪ੍ਰਗਟੀ ਕੀ ਹੈ ਨਾ ਵੀ ਲੋਹਾ ਸੜਿਆ ਹੋਇਆ ਹੁੰਦਾ ਹੈ ਤੇ ਜੇ ਉਹਨੂੰ ਕਹਿੰਦੇ ਵੀ ਬਾਰਿਸ਼ ਦੀ ਮਿੱਟੀ ਮਿਲ ਜਾਏ ਫਿਰ ਉਹ ਸੋਨਾ ਬਣ ਜਾਂਦਾ। ਇਸ ਤਰ੍ਹਾਂ ਜੇ ਮੇਰਾ ਮਨ ਵੀ ਸੜਿਆ ਪਿਆ ਹੈ ਵਿਕਾਰਾਂ ਨਾਲ ਅਗ ਨਾਲ,
जे पूरा गुरु पार्षद वे से सोने बाद शुद्ध हो सकता है। तरण अवस्था बित गई। हाँ कहते वेखो जवान अवस्था मेरी नगुरेपन विच ही लंघ गई है। बिरधापन आवा। ਹੁਣ 70 ਸਾਲ ਦੀ ਉਮਰ हुई है, बुढ़पना आ पहुंचा है। लोहा हुतो मनूर भा। ਪਹਿਲਾਂ ਲੋਹੇ ਵਾਲ ਸੀ, ਕਹਿੰਦੇ ਇਸ ਤਰ੍ਹਾਂ ਵਿਸ਼ਿਆਂ ਦੀ ਅੱਗ ਨਾਲ ਸੜਿਆ, ਕਹਿੰਦੇ ਮਨੂਰਵਤ ਹੋ ਗਿਆ, ਸੜਿਆ ਲੋਹੇ ਵਰਗਾ ਹੋਇਆ ਹੈ। कित काज न आवा। ਜਿਵੇਂ ਸੜਿਆ ਲੋਹਾ ਕਿਸੇ ਕੰਮ ਨਹੀਂ ਆਉਂਦਾ ਹੈ, ਬਾਕੀ ਲੋਹੇ ਦੇ ਤਾਂ ਤਰ੍ਹਾਂ ਤਰ੍ਹਾਂ ਦੇ ਔਜ਼ਾਰ ਸ਼ਾਸਤਰ ਬਣ ਜਾਂਦੇ। लोहे के पारस छुवै। ਇਹ ਕਹਿੰਦੇ ਲੋਹੇ ਨੂੰ ਪਾਰਸ ਦੇ ਵੱਟੀ ਹੋ ਜਾਵੇ, ਲੱਗ ਜਾਵੇ, कंचन होए जाई। ਬਾਰਾਂ ਬਨੀ ਦਾ ਸੋਨਾ ਬਣ ਜਾਂਦਾ ਲੋਹਾ। मम मनूर को गुर मिलै। ਮੈਂ ਜਿਹੜਾ ਕਹਿੰਦੇ ਮਨੂਰ ਵਾਤਾਂ ਸੜੇ ਲੋਹੇ ਵਤਨ ਹੈ, ਜੇ ਕਿਤੇ ਪੂਰਾ ਗੁਰੂ ਕਹਿੰਦੇ ਮਿਲ ਜਾਵੇ, ਪਾਰਸ ਵੱਟੀ ਵਰਗਾ ਮਹਾਨ शुद्ध कर है बनाई। ਮੈਨੂੰ ਵੀ ਬਣਾ ਸਵਾਰ ਕੇ ਸ਼ੁੱਧ ਕਰ ਦੇਗਾ, ਪਵਿੱਤਰ ਮਹਾਨ ਬਣਾ ਦੇਵੇਗਾ। मन हो शब्द मुझ पार करियो। ਮਾਨੋ ਇਹ ਤਾਂ ਮਹਾਰਾਜ ਪੂਰੇ ਗੁਰੂ ਨੇ ਮੇਰੇ ਉੱਪਰ ਹੀ ਕਹਿੰਦੇ ਸ਼ਬਦ ਉਚਾਰਨ ਕੀਤਾ ਹੈ, ਮੇਰੀ ਅਵਸਥਾ ਹੀ ਬਿਆਨ ਕੀਤੀ ਹੈ। अस दशा शरीरा। ਮੇਰੇ ਸਰੀਰ ਦੀ ਹਾਲਤ ਵੀ ਇਹੀ ਹੈ, ਕਹਿੰਦੇ ਮੈਂ ਵੀ ਉਸੜੇ ਲੋਹੋਂ ਵਾਂਗੂ ਨਿਕੰਮਾ ਹੋਇਆ ਪਿਆ ਸਰੀਰ ਕਰਕੇ। इम विचार बूझत भय। ਇਸ ਤਰ੍ਹਾਂ ਦੀ ਸੋਚ ਵਿਚਾਰ ਕਰਕੇ ਫਿਰ ਉਹ ਬੀਬੀ ਅਮਰੋ ਤੋਂ ਪੁੱਛਣ ਲੱਗ ਪਏ। आशा गंभीरा। ਇਹਨਾਂ ਦਾ ਸ਼ਗਰ ਗੰਭੀਰ ਹੈ, ਡੂੰਘਾ ਹੈ। शब्द करियो किसको ਕਹਿਣ है। ਲੱਗੇ ਬੀਬੀ ਦੱਸ ਕਿਸ ਦਾ ਸ਼ਬਦ ਉਚਾਰਨ ਕੀਤਾ ਹੋਇਆ ਹੈ, कित ते तुम पावा। ਤੂੰ ਇਹ ਸ਼ਬਦ ਕਿੱਥੋਂ ਪ੍ਰਾਪਤ ਕੀਤਾ ਹੈ। ਕਰਨ ਹਾਰ ਅਬ ਹੈ ਕਿ ਨਹ। ਜਿਹੜੇ ਸ਼ਬਦ ਨੂੰ ਕਰਨ ਵਾਲੇ ਆ, ਉਚਾਰਨ ਵਾਲੇ, ਉਹ ਹੁਣ ਇੱਥੇ ਸੰਸਾਰ ਦੇ ਵਿੱਚ ਜਿਉਂਦੇ ਹਨ। ਜਿਨ ਸ਼ੁਭ ਪਦ ਗਾਵਾ। ਇਹਨਾਂ ਨੇ ਬੜਾ ਸੋਹਣਾ ਇਹ ਜਿਹੜਾ ਪਦ ਹੈ ਗਾਇਨ ਕੀਤਾ ਹੈ। ਸੁਨਤ ਰੋਮ ਹਰਖਨ ਭਇਓ। ਇਹ ਸ਼ਬਦ ਨੂੰ ਸੁਣ ਕੇ ਮੇਰੇ ਰੋਮਾਂ ਵਿੱਚ ਕਹਿੰਦੇ ਬੜੀ ਪ੍ਰਸੰਨਤਾ, ਰੂਹ ਕੰਡੇ ਖੜੇ ਹੋ ਗਏ। ਮਨ ਪ੍ਰੇਮ ਵਧਾਇਓ। ਹਾਂ, ਮਨ ਵਿੱਚ ਬੜਾ ਪ੍ਰੇਮ ਬਲ ਵਧਾ ਗਿਆ। ਮੇਰੇ ਹੇਤ ਉਧਾਰ ਵੇ। ਮਾਨੋ ਕਹਿੰਦੇ ਮੇਰੇ ਉਧਾਰ ਕਰਨ ਵਾਸਤੇ ਇਹ ਰੋਚਰ ਬਣਾਇਓ। ਇਹ ਪੂਰੇ ਗੁਰੂ ਨੇ ਕਹਿੰਦੇ ਬੜਾ ਸੋਹਣਾ ਸੁੰਦਰ ਸ਼ਬਦ ਬਣਾਇਆ ਹੈ। ਸੁਨ ਬੀਬੀ ਅਮਰੋ ਕਹਿਓ। ਗੁਰੂ ਅਮਰਦਾਸ ਸਾਹਿਬ ਜੀ ਤੋਂ ਸੁਣ ਕੇ ਗੁਰੂ ਅੰਗਦ ਸਾਹਿਬ ਦੀ ਸੁਪੁੱਤਰੀ ਬੀਬੀ ਅਮਰੋ ਨੇ ਅੱਗਿਓਂ ਆਖਿਆ ਹੈ, ਸ੍ਰੀ ਨਾਨਕ ਪੂਰੇ। ਇਹ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਪੂਰੇ ਸਤਿਗੁਰੂ ਹੋਏ। ਤਿਨਹੁ ਬਣਾਇਓ ਸ਼ਬਦ ਕੋ। ਉਹਨਾਂ ਨੇ ਇਹ ਸ਼ਬਦ ਆਪਣੇ ਮੁਖਾਰਬਿੰਦ ਰਾਹੀਂ ਉਚਾਰਨ ਕਰਕੇ ਬਣਾਇਆ, ਲਿਖਾਇਆ। ਜਿਸ ਮਹਿਫਲ ਰੂਰੇ। ਜਿਸ ਦੇ ਪੜ੍ਹਨ ਵਿੱਚ ਬਹੁਤ ਕਹਿੰਦੇ ਸੋਹਣੇ ਸੁੰਦਰ ਫਲ ਪ੍ਰਾਪਤ ਹੁੰਦੇ, ਬੜਾ ਲਾਭ ਹੁੰਦਾ ਹੈ। ਅਪਰ ਬਹੁਤ ਬਾਣੀ ਬਣੀ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਹੋਰ ਬਹੁਤ ਬਾਣੀ ਕਹਿੰਦੇ ਉਚਾਰਨ ਕੀਤੀ ਹੈ। ਤਿੰਨ ਕੇ ਮੁਖ ਦੁਆਰਾ। ਉਹਨਾਂ ਦੇ ਮੁਖ ਦੁਆਰਾ ਜਿਸ ਕੋ ਪਠਤੇ ਪ੍ਰੇਮ ਤੇ। ਇਹਨਾਂ ਬਾਣੀ ਦੇ ਸ਼ਬਦਾਂ ਨੂੰ ਪੜ੍ਹਦਿਆਂ ਹੋਇਆ ਪ੍ਰੇਮ ਨਾਲ ਭਵ ਜਲ ਨਿਸਤਾਰਾ। ਇਹ ਸੰਸਾਰ ਸਮੁੰਦਰ ਤੋਂ ਕਹਿੰਦੇ ਪਾਰੋ ਤਾਰਾ ਹੋ ਜਾਂਦਾ, ਇਹ ਸੰਸਾਰ ਤੋਂ ਪਾਰ ਲੰਘ ਜਾਈਦਾ ਹੈ। ਸੁਨ ਹੈ ਪਠੈ ਮੇਰੇ ਪਿਤਾ। ਇਹ ਜਿਹੜੇ ਸ਼ਬਦ ਹੈ ਨਾ, ਮੇਰੇ ਪਿਤਾ ਗੁਰੂ ਅੰਗਦ ਸਾਹਿਬ ਜੀ ਅੰਮ੍ਰਿਤ ਵੇਲੇ ਉੱਠ ਕੇ ਪੜ੍ਹਦੇ ਸਨ। ਨਿਤ ਪ੍ਰੇਮ ਵਿਸਾਲਾ। ਬਹੁਤ ਹੀ ਪ੍ਰੇਮ ਦੇ ਨਾਲ ਗਾਏ ਰਬਾਬੀ ਤਿਨਹੁ ਢਿਗ। ਉਹਨਾਂ ਦੀ ਹਜ਼ੂਰੀ ਵਿੱਚ ਜਿਹੜੇ ਰਾਗੀ ਕੀਰਤਨੀ ਹੈ, ਉਹ ਸ਼ਬਦ ਨਾਲ ਗਾਇਨ ਵੀ ਕਰਦੇ। ਥਿਤ ਦੋਨਾ ਕਾਲਾ। ਦੋਵੇਂ ਸਮੇਂ ਸਭਾ ਵਿੱਚ ਬੈਠ ਕੇ, ਹਜ਼ੂਰੀ ਵਿੱਚ ਬੈਠ ਕੇ ਸ਼ਬਦਾਂ ਦਾ ਕੀਰਤਨ ਕਰਦੇ। ਸ੍ਰੀ ਸਤਿਗੁਰ ਨਾਨਕ ਆਬੈ। ਹੇ ਵਈ ਗੁਰੂ ਅਮਰਦਾਸ ਸਾਹਿਬ ਬਜ਼ੁਰਗ,
ਜੋ ਗੁਰੂ ਨਾਨਕ ਸਾਹਿਬ महाराज जी इस समय बैकुंठ पधारे वो तो सचखंड गमन कर गए। निज स्थान निज जोत दे आपने स्थान ते अपनी जेड़ी जोत है उसकी बख्शिश करके मम पिता बठारे मेरे पिताजी ने उन्होंने बैठाया इस समय। तिन्हो निकट ते कंठ कर मैंने अपने पिता दे पासों मैं शब्द कहते कंठ कर ले मुंह जबानी कर ले पढ़ ले। बहु सुनत रहंती हाँ जी बहु सुनत रहंती हमेशा कहते पिता जी पासों ये शब्दां नूं मैं सुनदी भी रहिंदी सी। सतगुर गिरा प्रचार तेहे हाँ गुरु अंगद साहब महाराज मेरे पिता दे पास तां गुरबाणी दे शब्दां दा ही प्रचार हुंदा है। गन किल विख हंती ਜਿਹੜੀ ਬਾਣੀ है बड़े समूह पापां नूं नाश करन वाली है। सेवक सिखया अनेक हैं हाँ गुरु नानक साहब दे सेवा करन वाले एक नहीं दो अनेकों सिख सेवक है जिनके वड भागा जिन्हां दे कोई बड़े भाग है संसार दे विच सर्ब विकारन त्याग कै ਉਹ ਸਾਰੇ ਮਾੜੇ ਵਿਕਾਰਾਂ ਨੂੰ ਛੱਡ ਕੇ मन सिमरन लागा ਉਹਨਾਂ ਸਿੱਖ ਸੇਵਕਾਂ ਦਾ ਮਨ ਵੀ ਸਿਮਰਨ ਕਰਨ ਵਿੱਚ ਲੱਗਿਆ ਜੁੜਿਆ ਹੋਇਆ। सुनत अमर बोले बहर ਹਾਂ ਇਸ ਤਰ੍ਹਾਂ ਬੀਬੀ ਅਮਰਤ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਫੇਰ ਬੋਲੇ दोहता सुन लीजै ਸੁੰਦਰੀ ਲੱਲੜ ਕੀ ਧੀ ਮੇਰੀ ਗੱਲ ਸੁਣ ਲੈ। मेरे परोपकार बहु ਮੇਰੇ ਉੱਪਰ ਤਾਂ ਬਹੁਤਾ ਪਰਉਪਕਾਰ करना कर कीजै ਮੇਰੀ ਕਿਰਪਾ ਕਰਕੇ ਕਰ ਦੇ ਤਰਸ ਕਰਕੇ ਕਰ ਦੇ। लेहो संग तेह को चलो ਮੈਨੂੰ ਨਾਲ ਲੈ ਕੇ ਉੱਥੇ ਤੂੰ ਚੱਲ। देह मोह मिलाए ਮੇਰੇ ਪੂਰੇ ਸਤਿਗੁਰੂ ਉਹਨਾਂ ਦੇ ਨਾਲ ਮੈਨੂੰ ਮਿਲਾ ਦੇ। दर्शन की प्यासा लगी ਮੈਨੂੰ ਤਾਂ ਪੂਰੇ ਸਤਿਗੁਰੂ ਦੀ ਦਰਸ਼ਨ ਦੀ ਬੜੀ ਤਾਂਘ ਲੱਗੀ ਹੋਈ ਹੈ। अब रहे न जाई ਪੂਰੇ ਸਤਿਗੁਰੂ ਦੇ ਦਰਸ਼ਨ ਕੀਤੇ ਬਗੈਰ ਮੈਥੋਂ ਨਹੀਂ ਹੁਣ ਰਿਹਾ ਜਾਂਦਾ ਹੈ। वृद्ध नाथ अजान में ਮੈਂ ਬਿਰਧ ਅਵਸਥਾ ਵਿੱਚ ਲੱਥਾਂ ਵਰਗਾ ਹੈ ਮੈਂ। समरथ ते हीना ਹਾਂ ਫਿਰ ਇਸੇ ਤਰ੍ਹਾਂ ਤਾਕਤ ਤੋਂ ਸੁਰੱਖਾ ਤੋਂ ਵੀ ਮੈਂ ਰਹਿ ਤਾਂ ਕਮਜ਼ੋਰ ਹਾਂ। मरत होए जीवाए लै ਹਾਂ ਮੈਂ ਤਾਂ ਮਰ ਰਿਹਾ ਤੂੰ ਵੀ ਪੂਰੇ ਗੁਰੂ ਲਾ ਕੇ ਮੈਨੂੰ ਜਿਉਂਦਾ ਕਰ ਲੈ। हे सुता प्रवीणा ਇਹ ਸਿਆਣੀ ਸੁਪੁੱਤਰੀ सुन अमरो ने पुन भनियो ਕਿਉਂ ਮਹਾਰਾਜ ਤੋਂ ਸੁਣ ਕੇ ਬੀਬੀ ਅਮਰੋ ਜੀ ਨੇ ਫੇਰ ਕਿਹਾ तुम वृद्ध हमारे ਇਹ ਮਹਾਰਾਜ ਸਾਡੇ ਘਰ ਦੇ ਬੜੇ ਬਜ਼ੁਰਗੋ क्यों न मानो बैन को ਸਾਡੇ ਬਜ਼ੁਰਗਾਂ ਦਾ ਮੈਂ ਭਲਾ ਕਿਉਂ ਨਹੀਂ ਬਚਨ ਮੰਨਾਂ। मैं बिना विचारे मैं बिना विचार तो ये बचन मन्नागा। जामो निकट न बिन कहे पर इन्नी गल है जिन्ना चिर पिता सतगुरु मैनू कुछ कहते नहीं बुलाते नहीं वो कहे तो बगैर उन्होंने कोल नहीं जाती। बिन बेदा न आवूं जिन्ना चिर पिता सतगुरु जान ली आज्ञा नहीं करते उन्ना चिर मैं वापस इधर नहीं आती। हाँ रिसकार कुछ न है कब कहे क्योंकि पिता हुण मेरे पूरे सतगुरु है भी कोई गुस्सा हो के कोई ਇਹੋ ਜਿਹਾ बचन ना कर दे या ते डर पावूं इस करके भी मैं अपने मन विच पाया तो भानी डर भानी। सुन बोले श्री अमर जू उस वेले इस तरह बीबी अमरत तो सुन के गुरु अमरदास साहब जी बोले तू मत कर चिंता इस गल दी तू चिंता कर। अंतरजामी घटन के ਉਹ ਗੂਰੇ ਸਤਿਗੁਰੂ ਉਹ ਤਾਂ ਸਾਰੇ ਦਿਲਾਂ ਦੀਆਂ ਦਲੀਆਂ ਜਾਣਨ ਵਾਲੇ ਹੈ। होए जे भगवंता ਹੁਣ ਪਰਮੇਸ਼ਰ ਰੂਪ ਵੀ ਹੈ ਤੇ ਉਹਨਾਂ ਤੋਂ ਕੀ ਲੁਕਿਆ ਛੁਪਿਆ ਹੋਊਗਾ। तो न करे मन भंग को ਇਹ ਨਾ ਤੇਰਾ ਮਨ ਨਾ ਮੇਰਾ ਮਨ ਕਹਿੰਦੇ ਉਪਰਾਮ ਕਰਨਗੇ। हे रहमान प्रेमा ਕਿਉਂਕਿ ਸਾਡੇ ਦੋਹਾਂ ਦਾ ਮਨ ਦਾ ਪ੍ਰੇਮ ਦੇਖਣਗੇ। दास जान ढिग राख है ਮੈਨੂੰ ਤਾਂ ਆਪਣਾ ਸੇਵਕ ਜਾਣ ਕੇ ਪੱਕੇ ਤੌਰ ਤੇ ਕੋਲ ਹੀ ਰੱਖ ਲੈਣਗੇ। दह मग छेमा ਜਿਹੜਾ ਕਲਿਆਣ ਵਾਲਾ ਜਿਹੜਾ ਭਵ ਭਗਤੀ ਦਾ ਰਸਤਾ ਮੈਨੂੰ ਦੱਸ ਦੇਣਗੇ। वृद्ध बिनै सुन दीन की ਕਿਉਂ ਕਹਿੰਦੇ ਬਜ਼ੁਰਗ ਦੀ ਜਿਹੜੀ ਬੇਨਤੀ ਆ ਦੀਨਤਾ ਵਾਲੀ ਆਈ ਨਿਮਾਣਿਆਂ ਵਾਲੀ
ਸੁਣ ਕੇ ਅਮਰੋ ਕਰ ਤਿਆਰੀ ਬੀਬੀ ਅਮਰੋ ਜੀ ਨੇ ਇਸ ਤਰ੍ਹਾਂ ਪੇਕੇ ਘਰ ਖਡੂਰ ਸਾਹਿਬ ਵੱਲ ਨੂੰ ਆਉਣ ਦੀ ਤਿਆਰੀ ਕਰ ਲਈ। ਚੀਵਰ ਲਿਏ ਹਕਾਰ ਕੇ ਜਿਹੜੇ ਕੋਈ ਮਹਿਰੇ ਉਹ ਭਗਵਾਨ ਚੁੱਕਣ ਵਾਲੇ ਹਨ ਭਗਵਾਨ ਨੂੰ ਪਾਲਕੀ ਨੂੰ ਚੜ ਕਰ ਅਸਵਾਰੀ ਪਾਲਕੀ ਦੀ ਸਵਾਰੀ ਉੱਪਰ ਚੜ ਕੇ ਸਮਤ ਸਤਰੇ ਮਗ ਚਲੇ ਜਦੋਂ ਕਹਿੰਦੇ ਇਸ ਤਰ੍ਹਾਂ ਕਹਿੰਦੇ ਉਹ 17 ਸਾਲ ਦੀ ਉਮਰ ਸੀ ਨਾ ਗੁਰੂ ਅਮਰਦਾਸ ਉਸ ਵੇਲੇ ਨਾਲ ਚੱਲੇ ਪਹੁੰਚੇ ਸੋ ਖਡੂਰਾ ਅਖੀਰੀ ਕਹਿੰਦੇ ਖਡੂਰ ਸਾਹਿਬ ਵਿੱਚ ਪਹੁੰਚ ਗਏ। ਕਹਿ ਬੀਬੀ ਬਹੁਤ ਰੂ ਤਰ ਉਸ ਵੇਲੇ ਬੀਬੀ ਨੇ ਕਿਹਾ ਵੀ ਉਹ ਜਿਹੜਾ ਦਰਖਤ ਹੈ ਨਾ ਉਹਦੇ ਹੇਠਾਂ ਤੁਸੀਂ ਬੈਠ ਜਾਓ ਮੈਂ ਜਾਊਂ ਹਜੂਰਾ। ਮੈਂ ਪਹਿਲਾਂ ਪਿਤਾ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚਦੀ ਹੈ ਫਿਰ ਜਿਵੇਂ ਉਹਨਾਂ ਦਾ ਖਿਆਲ ਹੋਵੇਗਾ ਉਸ ਤਰ੍ਹਾਂ ਬੁਲਾ ਲਵਾਂਗੀ ਤੁਹਾਨੂੰ। ਆਈ ਪਿਤਾ ਕਿਸਨ ਮੁਖੇ ਜੋ ਇਹਨਾਂ ਨੂੰ ਬਾਹਰ ਦਰਖਤ ਹੇਠ ਬਿਠਾ ਦਿੱਤਾ ਆਪ ਪਿਤਾ ਸਤਿਗੁਰੂ ਦੇ ਕੋਲ ਆ ਗਈ ਹੈ। ਗੁਰ ਦੇਖ ਅਲਾਏ ਹਾਂ ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਮਹਾਰਾਜ ਦੇਖ ਕੇ ਉਸੇ ਵੇਲੇ ਇਸ ਪੁੱਤਰੀ ਨੂੰ ਕਿਹਾ ਹੈ ਹੇ ਪੁੱਤਰੀ ਸੰਗ ਲਿਆਈ ਜਿਸ ਇਸ ਪੁੱਤਰੀ ਜਿਸ ਨੂੰ ਤੂੰ ਆਪਣੇ ਨਾਲ ਲੈ ਕੇ ਆਈ ਹੋਈ ਹੈ ਅਬ ਕਿਉਂ ਤਜ ਇਹ ਆਏ ਹੁਣ ਬਾਹਰ ਨੂੰ ਕਿਉਂ ਛੱਡ ਕੇ ਆਏ ਨਾਲ ਕਿਉਂ ਨਹੀਂ ਨਾਲ ਲੈ ਕੇ ਆਂਦਾ ਹੈ। ਨਿਮਰ ਹੋਏ ਕਾਰ ਕਹਿਤ ਭੀ ਉਹ ਨੀਵਿਆ ਹੋ ਕੇ ਕਿਹਾ ਉਸ ਪੁੱਤਰੀ ਨੇ ਆਨੋ ਆਪ ਪਾਸਾ ਆਪ ਜੀ ਦਾ ਹੁਕਮ ਹੋ ਗਿਆ ਹੁਣੇ ਮੈਂ ਆਪ ਜੀ ਦੇ ਪਾਸ ਲੈ ਆਨੀ ਆ ਆਇਸ ਲੈਨੇ ਆਈ ਮੈਂ ਮਾਰਾ ਆਪ ਜੀ ਦੀ ਆਗਿਆ ਲੈਣ ਵਾਸਤੇ ਪਹਿਲਾਂ ਮੈਂ ਆਈ ਸੀ। ਸੋ ਦਰਸ ਪਿਆਸਾ ਉਹ ਮਾਰਾ ਬਜ਼ੁਰਗ ਆਪ ਜੀ ਦੇ ਦਰਸ਼ਨਾਂ ਦੀ ਬਹੁਤ ਆਸਾ ਰੱਖੀ ਬੈਠੇ ਗਈ ਆਪ ਹੀ ਉੱਠ ਬਾਹਰ ਉਸੇ ਵੇਲੇ ਪਿਤਾ ਗੁਰੂ ਜੀ ਦੇ ਕੋਲੋਂ ਉੱਠ ਕੇ ਆਪ ਹੀ ਚਲੀ ਗਈ। ਤਿਸ ਜਾਏ ਹਕਾਰਾ ਅਮਰਦਾਸ ਸਾਹਿਬ ਜੀ ਨੂੰ ਜਾ ਕੇ ਸੱਦ ਲਿਆ ਬੁਲਾ ਲਿਆ ਹਿਰਦੇ ਆਨੰਦ ਬਿਲੰਦ ਧਰ ਇਹ ਦਰ ਦੇ ਵਿੱਚ ਬਹੁਤ ਆਨੰਦ ਧਾਰ ਕੇ ਪਹੁੰਚਿਓ ਦਰਬਾਰ ਉਹ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਦੇ ਪਾਵਨ ਦਰਬਾਰ ਵਿਖੇ ਆ ਪਹੁੰਚੇ। ਲੱਖ ਸੰਸਾਰ ਸੰਬੰਧ ਕੋ ਇਧਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਇਸ ਤਰ੍ਹਾਂ ਇਹ ਜਿਹੜਾ ਸਹੁਰਾ ਹੁੰਦਾ ਉਹ ਜਿਹਾ ਸੰਬੰਧ ਜਾਣ ਕਰਕੇ ਹੋਏ ਸਤਿਗੁਰ ਠਾਂਡੇ ਉਹ ਸਤਿਕਾਰ ਵਜੋਂ ਮਹਾਰਾਜ ਖੜਿਆ ਹੋ ਗਏ ਗੁਰੂ ਅੰਗਦ ਸਾਹਿਬ ਜੀ। ਗਲ ਮਿਲਵੇ ਕੋ ਤਿਆਗ ਤਿਆਰ ਭੇ ਇਸ ਤਰ੍ਹਾਂ ਜਿਹੜਾ ਕੁੜ ਹੁੰਦਾ ਹੈ ਸਹੁਰਾ ਹੁੰਦਾ ਉਹਨੂੰ ਗਲ ਲਾ ਕੇ ਮਿਲੀ ਦੇ ਕਹਿੰਦੇ ਉਹ ਗਲ ਨਾਲ ਲਗਾ ਕੇ ਮਿਲਣੀ ਤਿਆਰ ਹੋਏ ਪਟ ਤੇ ਕਰ ਕਾਢੇ ਆਪਣੇ ਜਿਹੜੇ ਹੱਥ ਜੇ ਉਹ ਬਾਹਰ ਕੱਢੇ ਵੀ ਜੱਫੀ ਪਾ ਕੇ ਮਿਲ ਗਏ ਨਾ ਬਜ਼ੁਰਗਾਂ ਨੂੰ। ਚਰਨ ਗਹੇ ਸ੍ਰੀ ਅਮਰ ਤਪ ਗੁਰੂ ਅਮਰਦਾਸ ਸਾਹਿਬ ਜੀ ਨੇ ਝਟ ਜਾ ਕੇ ਗੁਰੂ ਅੰਗਦ ਸਾਹਿਬ ਦੇ ਚਰਨ ਫੜ ਲਏ ਬੰਧਨ ਕੋ ਠਾਨੀ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਚਰਨਾਂ ਤੇ ਉਚਿਤ ਨਹੀਂ ਗਾਰ ਮਿਲਨ ਕੇ ਮਾਰਾ ਪੂਰੇ ਸਤਿਗੁਰੂ ਮਹਾਨ ਹੋ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਮੈਂ ਤੁਹਾਡੇ ਗਲੇ ਨਾਲ ਮਿਲਣ ਦੇ ਯੋਗ ਨਹੀਂ ਆ। ਲੇਹ ਦਾਸ ਪਛਾਨੀ ਮੈਨੂੰ ਤਾਂ ਆਪਣੇ ਘਰ ਦਾ ਮਾਰਾ ਸਿੱਖ ਸੇਵਕੀ ਜਾਣ ਪਛਾਣ ਲਓ। ਕੁਸ਼ਲ ਛੇਮ ਸਭ ਪੁੱਛ ਕੈ ਸਾਰੀ ਘਰ ਦੀ ਰਾਜੀ ਖੁਸ਼ੀ ਪੁੱਛ ਕੇ ਨਿਜ ਨਿਕਟ ਬਿਠਾਇਓ ਆਪਣੇ ਕੋਲ ਗੁਰੂ ਅਮਰਦਾਸ ਸਾਹਿਬ ਜੀ ਨੂੰ ਉਠਾ ਲਿਆ ਗੁਰੂ ਅੰਗਦ ਸਾਹਿਬ ਜੀ। ਲੰਗਰ ਭਇਓ ਤਿਆਰ ਤਿਆਰ ਤਬ ਇਹਨੇ ਤਨੂੰ ਸਮੇਂ ਵਿੱਚ ਕਹਿੰਦੇ ਗੁਰੂ ਕਾ ਲੰਗਰ ਤਿਆਰ ਹੋ ਗਿਆ। ਰਸੋਈਆ ਆਇਓ ਇਹ ਹੱਥ ਜੋੜ ਕੇ ਰਸੋਈਆ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਪਹੁੰਚਾ ਹੈ। ਪ੍ਰਭ ਜੀ ਸਿੱਧ ਆਹਾਰ ਹੈ ਯਾ ਹੈ ਪਰਮੇਸ਼ਰੂ ਸਤਿਗੁਰੂ ਅੰਗਦ ਸਾਹਿਬ ਜੀ ਗੁਰੂ ਕਾ ਲੰਗਰ ਤਿਆਰ ਹੈ। ਸੁਨ ਉਠੇ ਕਿਰਪਾਲਾ ਰਸੋਈਏ ਤੋਂ ਸੁਣ ਕੇ ਦਿਆਲੂ ਕਿਰਪਾਲੂ ਸਤਿਗੁਰੂ ਉੱਠ ਖੜੋਤੇ ਮਿਲ ਪੰਗਤ ਮੈਂ ਅਮਰ ਜੀ ਇਸੇ ਤਰ੍ਹਾਂ ਪੰਗਤ ਵਿੱਚ ਮਿਲ ਕੇ ਗੁਰੂ ਅਮਰਦਾਸ ਸਾਹਿਬ ਜੀ ਬੈਠ ਗਏ। ਬੈਠੇ ਤਿਸ ਕਾਲਾ ਉਸ ਸਮੇਂ ਬੈਠ ਕੇ ਪੰਗਤ ਵਿੱਚ ਮਨ ਮੈਂ ਕਹਿ ਸਰਬਗੇ ਗੁਰ ਮਨ ਵਿੱਚ ਹੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਪੂਰੇ ਗੁਰੂ ਹੈ ਸਭ ਕੁਝ ਜਾਣਨ ਵਾਲੇ ਹੈ।
ਸੰਸੈ ਕਿਛ ਨਾਹੀ। ਇਸ ਗੱਲ ਤੇ ਹੁਣ ਕੋਈ ਭੋਰਾ ਮਾਤਰ ਸੰਸਾ ਹੀ ਨਹੀਂ, ਸ਼ੱਕ ਸ਼ੁਬਾ ਹੀ ਨਹੀਂ ਹੈ। ਤਉ ਮੋਹਿ ਮਨ ਭਾਵਨੀ। ਤਾਂ ਵੀ ਕਹਿੰਦੇ ਮੇਰੇ ਮਨ ਦੀ ਇਹ ਕਹਿੰਦੇ ਖਾਸ ਭਾਵਨਾ ਹੈ, ਖਾਸ ਸ਼ਰਧਾ ਹੈ। ਲਖ ਨਿਜ ਔਰ ਮਾਹੀ। ਇਹ ਗੁਰੂ ਅੰਗਦ ਸਾਹਿਬ ਮਹਾਰਾ ਪੂਰੇ ਗੁਰੂ ਹੈ, ਆਪਣੇ ਮਨ ਵਿੱਚ ਚੰਗੀ ਤਰ੍ਹਾਂ ਜਾਣ ਲੈ। ਸੀਤ ਪ੍ਰਸਾਦ ਸਰਬੋਤਮੰ। ਉਹ ਬਈ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਸੀਤ ਪ੍ਰਸਾਦ ਜੋ ਸਭ ਤੋਂ ਉੱਤਮ ਹੈ। ਬਿਨ ਜਾਚੇ ਮੋਹੀ। ਇਹ ਮਹਾਰਾਜ ਮੇਰਾ ਬਿਨਾ ਮੰਗੇ ਤੋਂ ਹੀ ਕਹਿੰਦੇ ਕਿਰਪਾ ਭਾਰ ਸੋ ਦੇਹ ਅਬ। ਮਿਹਰ ਕਰਕੇ ਕਿਰਪਾ ਕਰਕੇ ਆਪ ਹੀ ਮੈਨੂੰ ਉਹ ਸੀਤ ਪ੍ਰਸਾਦ ਦੇ ਦੇਣ। ਔਰ ਮਮ ਸੁਧ ਹੋਈ। ਉਹ ਕਹਿੰਦੇ ਮੇਰੇ ਜਿਹੜੀ ਸੁਧ ਕਹਿੰਦੇ ਪਵਿੱਤਰਤਾ ਹੋ ਜਾਏਗੀ। ਇਮ ਚਿਤਵਤ ਭੋਜਨ ਕਰਿਓ। ਇਸ ਤਰ੍ਹਾਂ ਕਹਿੰਦੇ ਸੋਚਦਿਆਂ ਵਿਚਾਰਦਿਆਂ ਭੋਜਨ ਛਕਣਾ ਕੀਤਾ। ਸ੍ਰੀ ਗੁਰ ਨੇ ਜਾਣੀ। ਇੱਧਰ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਦਰਲੀ ਦਿਲ ਦੀ ਗੱਲ ਜਾਣ ਲਈ ਵੀ ਸੀਤ ਪ੍ਰਸਾਦ ਚਾਹੁੰਦੇ ਆਪ ਅਚਿਓ ਤ੍ਰਿਪਤਾਇ ਕੈ। ਪਹਿਲਾਂ ਤਾਂ ਆਪ ਛਕ ਕੇ ਤ੍ਰਿਪਤ ਹੋਏ ਹਨ, ਪੁਨ ਪੀਵਤ ਪਾਨੀ। ਫਿਰ ਸੁੱਚਾ ਜਲ ਛਕ ਲਿਆ ਹੈ। ਪੀਛੈ ਉਚਰਿਓ ਦਾਸ ਕੋ। ਬਾਅਦ ਵਿੱਚ ਆਪਣਾ ਜਿਹੜਾ ਭੋਜਨ ਛਕਾਉਣ ਵਾਲਾ ਸੇਵਕ ਨੂੰ ਕਿਹਾ ਹੈ ਜੋ ਬਚਿਓ ਆਹਾਰਾ। ਜਿਹੜਾ ਭੋਜਨ ਬਚਿਆ ਹੈ ਨਾ, ਦੇਹੋ ਪੁਰਖ ਤਿਸ ਜਾਏ ਕਰ। ਉਹ ਜਿਹੜੇ ਸਾਹਮਣੇ ਬਜ਼ੁਰਗ ਬੈਠੇ ਉਹਨਾਂ ਨੂੰ ਜਾ ਕੇ ਤੂੰ ਦੇ ਦੇ। ਚਾਹੇ ਹਿਰਦੈ ਉਧਾਰਾ। ਕਿਉਂਕਿ ਸੀਤ ਪ੍ਰਸਾਦ ਉਹ ਛਕਿਆ ਚਾਹੁੰਦੇ, ਹਿਰਦੇ ਵਿੱਚ ਬਹੁਤਾ ਚਾਹੁੰਦੇ ਵੀ ਇਹ ਮੈਨੂੰ ਮਿਲਣਾ ਚਾਹੀਦਾ। ਸੁਨਤ ਆਨੰਦ ਬਿਲੰਦ ਭਾ। ਉਹ ਸੁਣ ਕੇ ਬਹੁਤ ਹੀ ਆਨੰਦ ਹੋਇਆ ਗੁਰੂ ਅਮਰਦਾਸ ਸਾਹਿਬ ਜੀ ਨੂੰ। ਲੈ ਕਰ ਤਬ ਖਾਇਓ। ਉਹ ਲੈ ਕੇ ਸੀਤ ਪ੍ਰਸਾਦ ਛਕ ਲਿਆ ਆਪ ਜੀ ਨੇ। ਨਿਸਚਲ ਨਿਸ਼ਚੈ ਚਿਤ ਭਇਓ। ਚਿੱਤ ਜਿਹੜਾ ਹੈ ਕਹਿੰਦੇ ਹੈ ਪੂਰਾ ਭਰੋਸੇ ਵਾਲਾ ਹੋ ਗਿਆ, ਚੱਲ ਹੋ ਗਿਆ। ਸਮ ਮੇਰ ਥਿਰਾਇਓ। ਜਿਵੇਂ ਸਮੇਰ ਪਰਬਤ ਹੁੰਦਾ ਹੈ ਉਹ ਮਨ ਟਿਕ ਗਿਆ ਆਪ ਜੀ ਦਾ। ਭਈ ਸ਼ਾਂਤ ਦੁਬਦਾ ਨਸੀ। ਹਾਂ, ਜਿਹੜੀ ਦਵੈਤ ਭਾਵ ਨਾਸ਼ ਹੋ ਗਈ ਹੈ ਤੇ ਇਸ ਤਰ੍ਹਾਂ ਸ਼ਾਂਤੀ ਹੋ ਆਈ ਹੈ। ਮਨ ਤਹਾਂ ਟਿਕਾਵਾ। ਇਹ ਭਗੀ ਹੈ ਕਿ ਭਈ ਹੈ? ਭਈ ਸ਼ਾਂਤ ਦੁਬਦਾ ਨਸੀ। ਦਵੈਤ ਭਾਵ ਨਾਸ਼ ਹੋ ਗਈ ਹੈ, ਮਨ ਨੂੰ ਸ਼ਾਂਤੀ ਹੋ ਆਈ ਹੈ। ਮਨ ਤਹਾਂ ਟਿਕਾਵਾ। ਬਸ ਉੱਥੇ ਮਨ ਮਹਾਰਾਜ ਦੇ ਚਰਨਾਂ ਵਿੱਚ ਹੀ ਟਿਕਾ ਦਿੱਤਾ ਹੈ। ਪਾਨ ਕਰਿਓ ਜਲ ਧੋਏ ਕਰ। ਇਧਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਲ ਛਕਿਆ ਹੈ, ਫਿਰ ਇਸ਼ਨਾ ਚੁਲਾ ਕਰ ਲਿਆ, ਹੱਥ ਧੋ ਲਏ ਹਨ। ਬਾਹਰ ਪੁਨ ਆਵਾ। ਬਾਹਰ ਨੂੰ ਉੱਠ ਕੇ ਆ ਗਏ। ਰਹਿਓ ਇਕਾਂਤ ਸੁ ਬੈਠ ਕਰ। ਇਧਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਇਕਾਂਤ ਕਲਿਆ ਹੋ ਕੇ ਬੈਠ ਰਹੇ। ਸਭ ਦਿਵਸ ਬਿਤਾਇਓ। ਸਾਰਾ ਦਿਨ ਬਾਹਰ ਬੈਠਿਆਂ ਇਕਾਂਤ ਵਿੱਚ ਹੀ ਬਤੀਤ ਕਰ ਦਿੱਤਾ, ਲਗਾ ਦਿੱਤਾ ਹੈ। ਭੋਜਨ ਕੋ ਜਬ ਸਮੂਹ ਹੋਏ। ਜਦੋਂ ਭੋਜਨ ਛਕਣ ਦਾ ਫੇਰ ਸਮਾਂ ਹੋਇਆ ਹੈ, ਤਬ ਅੰਤਰ ਆਇਓ। ਫਿਰ ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਕੇ ਲੰਗਰ ਦੇ ਅੰਦਰ ਆ ਗਏ। ਪੰਗਤ ਮੈਂ ਬੈਠੈ ਤਹਾਂ। ਜਿੱਥੇ ਉਹ ਪੰਗਤ ਲੱਗੀ ਉਹਦੇ ਵਿੱਚ ਆ ਕੇ ਬੈਠ ਜਾਂਦੇ। ਪ੍ਰਸਾਦ ਸੁ ਪਾਵੈ। ਹਾਂ, ਬਾਕੀ ਸੰਗਤਾਂ ਵਾਂਗੂ ਕਹਿੰਦੇ ਪ੍ਰਸ਼ਾਦ ਪਾ ਲੈਂਦੇ ਆ, ਭੋਜਨ ਛਕ ਲੈਂਦੇ। ਪੁਨ ਹੈ ਇਕਾਕੀ ਹੋਏ ਕਰ। ਫਿਰ ਇਕਾਂਤ ਹੋ ਕੇ, ਕੱਲਿਆਂ ਹੋ ਕੇ, ਵੱਖਰਿਆਂ ਹੋ ਕੇ ਪ੍ਰਭ ਗੁਣ ਮਨ ਗਾਵੈ। ਮਨ ਦੇ ਰਾਹੀਂ ਪਰਮੇਸ਼ਰ ਦੇ ਗੁਣ ਗਾਉਂਦੇ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਦੁਤੀਏ ਮਹੱਲੇ ਸ੍ਰੀ ਅਮਰ ਦੇਵ ਜੀ ਮਿਲਨ ਪ੍ਰਸੰਗ ਵਰਣਨ ਨਾਮ ਅਸ਼ਟਮੋ ਮੰਦਰਹਿ ਦੋਹਰਾ। ਕਿਤਕ ਦਿਵਸ ਬੀਤੇ ਜਬ ਹੈ। ਲੋ ਕੋਈ ਦਿਨ ਰਹਿੰਦਿਆਂ ਲੰਘ ਗਏ ਹਨ। ਚਿਤ ਮਹਿ ਚਿਤਵਨ ਕੀਨ। ਇੱਕ ਦਿਨ ਚਿੱਤ ਵਿੱਚ ਉਹ ਸੋਚ ਵਿਚਾਰਨਾ ਕੀਤਾ ਗੁਰੂ ਅਮਰਦਾਸ ਸਾਹਿਬ ਜੀ। ਸੇਵਾ ਚਾਹੀਏ ਗੁਰੂ ਕੀ। ਇਹ ਸਾਨੂੰ ਗੁਰੂ ਅੰਗਦ ਸਾਹਿਬ ਦੀ ਕੋਈ ਨਾ ਕੋਈ ਸੇਵਾ ਕਰਨੀ ਚਾਹੀਦੀ। ਜਿਸ ਤੇ ਹੋਏ ਪ੍ਰਸੀਦ। ਜੇ ਸੇਵਾ ਨੂੰ ਦੇਖ ਕੇ ਸਤਿਗੁਰੂ ਸਾਡੇ ਉੱਪਰ ਬਹੁਤ ਪ੍ਰਸੰਨ ਹੋ ਜਾਣ। ਸਵਈਆ ਛੰਦ ਬੇਪਰਵਾਹ ਗੁਰੂ ਹੈ ਯਦਵ। ਭਾਵੇਂ ਗੁਰੂ ਅੰਗਦ ਸਾਹਿਬ ਪੂਰੇ ਸਤਿਗੁਰੂ ਬੇਪਰਵਾਹ, ਉਹਨਾਂ
ਉਹਨਾਂ ਨੂੰ ਕੋਈ ਲੋੜ ਨਹੀਂ ਹੈ। ਚਿਤ ਮੈਂ ਇਨਕੇ ਚਾਹੇ ਨ ਕੋਏ। ਇਹਨਾਂ ਪੂਰੇ ਸਤਿਗੁਰਾਂ ਨੂੰ ਚਿਤ ਵਿੱਚ ਕੋਈ ਚਾਹਨਾ ਨਹੀਂ ਵੀ ਸਾਡੀ ਕੋਈ ਸੇਵਾ ਕਰੇ। ਤਦਪ ਦਾਸ ਨਿਜ ਧਰਮ ਵਿਚਾਰ ਹੈ। ਜਿਹੜਾ ਗੁਰੂ ਕਾ ਦਾਸ ਬਣ ਗਿਆ ਹੋਵੇ ਉਹ ਆਪਣਾ ਧਰਮ ਵਿਚਾਰੇ। ਸੇਵਾ ਕਰ ਹੈ ਭਾਵ ਮਨ ਭੋਹੇ। ਮਨ ਵਿੱਚ ਪ੍ਰੇਮ ਨੂੰ ਕਹਿੰਦੇ ਮਨੋਂ ਜਿਹੜਾ ਉਹਨੂੰ ਪ੍ਰੇਮ ਨਾਲ ਭਿਓ ਕੇ ਉਹ ਸੇਵਾ ਕਰਨੀ ਚਾਹੀਦੀ ਉਹ ਦਾਸ ਨੂੰ। ਪ੍ਰਥਮ ਜੁਗਨ ਮਹਿ ਤਪ ਕੋ ਤਾਪ। ਪਹਿਲੇ ਯੁਗਾਂ ਵਿੱਚ ਲੋਕ ਕਹਿੰਦੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਤਪ ਕਰਦੇ ਹੁੰਦੇ ਸੀ। ਸ਼ੁਧਾ ਪਿਪਾਸਾ ਸਹਿਕਾਰ ਸੋਏ। ਜੰਗਲਾਂ ਵਿੱਚ ਜਾ ਕੇ ਭੁੱਖ ਸਹਾਰਨੀ, ਇਸੇ ਤਰ੍ਹਾਂ ਪਾਣੀ ਕਰਕੇ ਤੇ ਸਹਾਰਨੀ ਦੁਖੀ ਹੋਣਾ। ਪੰਚਾਗਨ ਤਾਪਹਿ ਜਲ ਬੈਠੈ। ਕੋਈ ਕਹਿੰਦੇ ਪੰਜ ਅੰਗਨਾਂ ਨਾਲ ਧੂਣੇ ਤਾਪ ਰਹਿ, ਚਾਰ ਧੂਣੀਆਂ ਚਾਰ ਉਪੋਂ ਜੇਠ ਹਰ ਦੀ ਧੁੱਪ। ਇਸ ਤਰ੍ਹਾਂ ਪੰਚਾਂਗਨੀ ਤਾਪ ਦੇ ਕੋਈ ਜਲ ਵਿੱਚ ਜਾ ਕੇ ਗਲ ਗਲ ਖੜਦੇ। ਬਰਖਾ ਸਹਿ ਨਗਨ ਤਨ ਹੋਏ। ਸਰੀਰ ਤੋਂ ਨਗਨ ਬੇਪਰਦ ਹੋ ਕੇ ਬਰਖਾ ਲਾ ਸਹਾਰਦੇ ਦੁੱਖ। ਏਕ ਚਰਨ ਪਰ ਠਾਂਡੇ ਹੋਵਹਿ। ਇੱਕ ਪੈਰ ਦੇ ਭਾਰੀ ਖੜਿਆ ਹੁੰਦੇ। ਪੂਰਦ ਬਾਹੂ ਕਿਤੇ ਰਹੰਤ। ਉੱਪਰ ਨੂੰ ਬਾਹਾਂ ਕਰਕੇ ਖੜੇ ਰਹਿੰਦੇ। ਕੋ ਲਟਕਤ ਹੈ ਊਪਰ ਪਗ ਕਰ। ਪੈਰ ਤਾਂ ਨੂੰ ਕਰਕੇ ਸਿਰ ਠਾਂ ਨੂੰ ਕਰਕੇ ਇਸ ਤਰ੍ਹਾਂ ਲਟਕਦੇ। ਚਾਹੇ ਪ੍ਰਸੰਨ ਹੋਏ ਭਗਵੰਤ। ਉਹ ਚਿੱਤ ਵਿੱਚ ਚਾਹੁੰਦੇ ਆ ਵੀ ਪਰਮੇਸ਼ਰ ਸਾਡੀ ਤਪੱਸਿਆ ਦੇਖ ਕੇ ਪ੍ਰਸੰਨ ਹੋ ਜਾਏ। ਤਪ ਫਲ ਅਬ ਕਲੀ ਕਾਲ ਮਹਿ। ਹਾਂਜੀ ਸੋ ਤਪ ਅਬ ਕਲੀ ਕਾਲ ਫਿਰ ਮਹਿ। ਉਹ ਜਿਹੜਾ ਤਰ੍ਹਾਂ ਤਰ੍ਹਾਂ ਦਾ ਤਾਪ ਹੈ ਉਹਦਾ ਫਲ ਜਿਹੜਾ ਹੈ ਕਲਯੁਗ ਦੇ ਸਮੇਂ ਵਿੱਚ ਸਤ ਸੰਗਤ ਸੇਵਾ ਕਰੇ ਅੰਤ। ਸਤ ਸੰਗਤ ਦੀ ਸੇਵਾ ਕਰੇ ਕਹਿੰਦੇ ਲੱਭ ਜਾਂਦਾ ਮਿਲ ਜਾਂਦਾ ਹੈ। ਜਲ ਢੋਵਨ ਅਰ ਲਕਰੀ ਲਿਆਵਨ। ਜਿਹੜਾ ਗੁਰੂ ਘਰ ਦਾ ਜਲ ਢੋਣਾ ਹੈ, ਗੁਰੂ ਕੇ ਲੰਗਰ ਲਈ ਲੱਕੜਾਂ ਲੈ ਕੇ ਆਉਣੀਆਂ। ਕਰਨ ਬੀਜਨ ਪ੍ਰਭ ਸਿਮਰੰਤ। ਇਸ ਤਰ੍ਹਾਂ ਕਹਿੰਦੇ ਸੰਗਤਾਂ ਨੂੰ ਪੱਖਾ ਚੱਲਣਾ ਤੇ ਪਰਮੇਸ਼ਰ ਦਾ ਸਿਮਰਨ ਕਰਨਾ। ਚਰਨ ਪਖਾਰਨ ਅੰਨ ਪਕਾਵਨ। ਜਿਹੜੇ ਕੋਈ ਥੱਕੇ ਆਏ ਸਿੱਖ ਯਾਤਰਾ ਕਰਦੇ ਨੇ ਚਰਨ ਧੋਣੇ, ਉਹਨਾਂ ਵਾਸਤੇ ਅੰਨ ਪਕਾ ਕੇ ਛਕਾਉਣਾ। ਇਤਿਆਦਿਕ ਚੇਤਕ ਹੈ ਆਨ। ਇਸ ਤੋਂ ਬਾਅਦ ਲੈ ਕੇ ਹੋਰ ਦੁਨੀਆ ਗੁਰੂ ਘਰ ਦੀਆਂ ਇਹ ਸੇਵਾਵਾਂ ਹਨ। ਮਿਲ ਸਤ ਸੰਗਤ ਕਰਨ ਜੋ ਸੇਵਾ। ਜਿਹੜਾ ਸਤ ਸੰਗਤ ਵਿੱਚ ਲੈ ਕੇ ਤਰ੍ਹਾਂ ਤਰ੍ਹਾਂ ਦੀ ਸੇਵਾ ਕਰਨੀ ਹੈ। ਅਦਕ ਤਪਨ ਫਲ ਹੋਏ ਮਹਾਨ। ਜਿਹੜੇ ਤਾਪ ਹੈ ਉਹਨਾਂ ਨਾਲ ਵੀ ਬਹੁਤੇ ਤੋਂ ਬੜਾ ਫਲ ਗੁਰੂ ਕੇ ਸੰਗਤ ਵਿੱਚ ਆ ਸੇਵਾ ਕਰਨ ਕਰਕੇ ਹੋ ਜਾਂਦਾ ਹੈ। ਇਮ ਵਿਚਾਰ ਸ੍ਰੀ ਅਮਰ ਕਹਿਓ ਕਰਿਓ ਔਰ। ਇਸ ਤਰ੍ਹਾਂ ਆਪਣੇ ਹਿਰਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੇ ਸੋਚ ਵਿਚਾਰ ਕਰਿਆ ਕਰਾਇਆ। ਆਨੋ ਨੀਰ ਆਪਨੇ ਪਾਨ। ਮੈਂ ਗੁਰੂ ਕੇ ਲੰਗਰ ਵਾਸਤੇ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਇਸ਼ਨਾਨ ਵਾਸਤੇ ਆਪਣੇ ਹੱਥਾਂ ਨਾਲ ਰੋਜ਼ ਜਲ ਲਿਆਇਆ ਕਰਾਂ। ਨਿਤ ਸਤ ਸੰਗਤ ਸੇਵਾ ਠਾਨ। ਇਸ ਤਰ੍ਹਾਂ ਜਲ ਦੇ ਨਾਲ ਹਮੇਸ਼ਾ ਸੰਗਤ ਦੀ ਸੇਵਾ ਕਰਾਂ। ਅਰ ਸਤਿਗੁਰ ਤਨ ਕਰ ਹੈ ਇਸ਼ਨਾਨ। ਤੇ ਮੇਰੇ ਜਲ ਨਿਆਦੇ ਨਾਲ ਗੁਰੂ ਅੰਗਦ ਸਾਹਿਬ ਜੀ ਹਮੇਸ਼ਾ ਇਸ਼ਨਾਨ ਕਰਨ। ਮਿਲ ਸਿੱਖਨ ਮੈਂ ਭਾਨਿਓ ਸਭਨ ਕੋ। ਸਿੱਖਾਂ ਨਾਲ ਮਿਲ ਗਲ ਕੇ ਇਉਂ ਸਭ ਨੂੰ ਇਹ ਕਿਹਾ ਹੈ। ਜਲ ਕੀ ਸੇਵਾ ਦੇਹ ਮੁਝ ਦਾਨ। ਵੀ ਜਿੰਨੀ ਜਲਦੀ ਇਹ ਸੇਵਾ ਨਾ ਗੁਰੂ ਕੇ ਲੰਗਰ ਦੀ ਉਹ ਵੀ ਤੇ ਗੁਰੂ ਮਹਾਰਾਜ ਦੇ ਇਸ਼ਨਾਨ ਕਰਾਉਣ ਦੀ ਇਹ ਜਲਦੀ ਸੇਵਾ ਸਾਰੀ ਮੈਨੂੰ ਕੱਲੇ ਨੂੰ ਬਖਸ਼ ਦਿਓ। ਆਇਸ ਲੈ ਕਰ ਕਲਸ ਉਚਾਇਓ। ਆ ਸੰਗਤ ਦੀ ਆਗਿਆ ਲੈ ਕੇ ਬਸ ਉਸ ਵੇਲੇ ਘੜਾ ਚੁੱਕ ਲਿਆ, ਗਾਗਰ ਚੁੱਕ ਲਈ। ਸਿਰ ਧਰ ਲਿਆਵੇ ਲੰਗਰ ਥਾਨ। ਹਾਂ ਬਿਆਸਾ ਜਲ ਤੋਂ ਕਹਿੰਦੇ ਉਹ ਗਾਗਰ ਘੜਾ ਭਰ ਲੈਂਦੇ ਆ। ਜਿੱਥੇ ਗੁਰੂ ਕਾ ਲੰਗਰ ਵਾਲਾ ਸਥਾਨ ਉੱਥੇ ਲੈ ਆਉਂਦੇ ਆਏ। ਦੇਤ ਰਸੋਈ ਮਹਿ ਚਹ ਚੇਤਕ। ਗੁਰੂ ਕੇ ਲੰਗਰ ਵਿੱਚ ਖੁੱਡਾ ਡੁੱਲਾ ਜਲ ਚਾਹੀਦਾ ਉਹ ਲਿਆ ਕੇ ਦੇ ਦਿੰਦੇ। ਸਿੱਖਨ ਕੋ ਕਰਵਾਵਹਿ ਪਾਨ। ਉਹ ਜਿਹੜੇ ਕੋ ਗੁਰੂ ਸਿੱਖ ਹੈ
ਉਹਨਾਂ ਨੂੰ ਕਹਿੰਦੇ ਜੇ ਕੋਈ ਜਲ ਚਾਹੁੰਦਾ ਹੈ ਉਹਨਾਂ ਨੂੰ ਛਕਾ ਦਿੰਦੇ ਆ। ਚੁਗਲ ਪਹਿਰ ਨਿਸ ਬੀਤੇ ਉਠ ਹੈ। ਜਦੋਂ ਰਾਤ ਦੇ 2 ਪਹਿਰ ਲੰਘ ਜਾਂਦੇ ਅੱਧੀ ਰਾਤ ਨੂੰ ਉੱਠ ਖੜਦੇ ਆ। ਮੁਖ ਗੁਰ ਦਿਸ਼ ਬਿਆਸਾ ਪ੍ਰਸਥਾਨ। ਹਾਂ ਜਿਹੜਾ ਆਪਣਾ ਮੁਖ ਹੈ ਉਹ ਤਾਂ ਗੁਰੂ ਉਂਗਲ ਸਾਹਿਬ ਦੀ ਤਰਫ ਚੱਲਦੇ ਆ ਤੇ ਇਸ ਤਰ੍ਹਾਂ ਬਿਆਸਾ ਵੱਲ ਨੂੰ ਚੱਲ ਲੈਂਦੇ ਪਿਛਲੇ ਪੈਰੀ। ਜਪ ਜੀ ਪਾਠਤ ਕੋਸ ਜੁਗ ਪਹੁੰਚੈ ਹੈ। ਜਪਜੀ ਸਾਹਿਬ ਦਾ ਪਾਠ ਕਰਦਿਆਂ ਪਿਛਲੇ ਪੂਰੀ ਕਹਿੰਦੇ 2 ਕੋਹਾਂ ਤੱਕ ਰਸਤਾ ਤੈਅ ਕਰਕੇ ਪਹੁੰਚਦੇ। ਤਾਹੇ ਦਮ ਦਮਾ ਕੀਨ ਸੁਟਾਲ। ਉੱਥੇ ਜਿਵੇਂ ਕੋਈ ਥੜਾ ਜਾ ਹੁੰਦਾ ਇਸ ਤਰ੍ਹਾਂ ਦਾ ਕਦੇ ਉੱਚਾ ਸਥਾਨ ਜਾ ਬਣਾਇਆ ਹੋਇਆ। ਨਮਸਕਾਰ ਕਰ ਸੀਧੇ ਚੱਲ ਹੈ। ਉੱਥੋਂ ਜਪਜੀ ਦਾ ਪਾਠ ਦਾ ਭੋਗ ਪਾ ਕੇ ਫਿਰ ਸਿੱਧਾ ਕਰਕੇ ਮੁੱਖ ਬਿਆਸਾ ਵੱਲ ਨੂੰ ਚੱਲ ਪੈਂਦੇ। ਨਿਰਮਲ ਜਲ ਕਰ ਭਰ ਕਲਸ ਵਿਸਾਲ। ਬਿਆਸਾ ਨਦੀ ਵਿੱਚੋਂ ਜਿਹੜਾ ਉਜਲ ਜਲ ਹੈ ਉਹਦਾ ਘੜਾ ਜਾ ਭਰ ਲੈਂਦੇ ਆ ਨੱਕੋ ਨੱਕ। ਬਾਣੀ ਪੜਤ ਆਏ ਗੁਰ ਢਿਗ ਪੁਨ। ਬਾਣੀ ਪੜ੍ਹਦਿਆਂ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪਾਸ ਆ ਜਾਂਦੇ। ਕਰਵਾਵਹਿ ਮੱਜਨ ਤਤਕਾਲ। ਉਸ ਸਮੇਂ ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਦਾ ਉਹ ਜਲ ਨਾਲ ਇਸ਼ਨਾਨ ਕਰਵਾਉਂਦੇ। ਪੁਨ ਇਕਾਂਤ ਹੋਏ ਸਭ ਤੇ ਬੈਠੈ ਹੈ। ਸਾਰਿਆਂ ਤਕਾਂਤ ਹੋ ਕੇ ਪਾਸੇ ਹੋ ਕੇ ਬੈਠ ਜਾਂਦੇ ਆਪ ਜੀ। ਕਰ ਹੈ ਨਾ ਸੁਨ ਹੈ ਬਚਨ ਕਿਸ ਨਾਲ। ਕਿਸੇ ਨਾਲ ਨਾ ਕੋਈ ਬਚਨ ਕਰਦੇ ਆ ਨਾ ਕੋਈ ਕਿਸੇ ਦਾ ਬਚਨ ਸੁਣਦੇ ਆ। ਸਤਿਗੁਰ ਮੂਰਤ ਹਿਰਦੇ ਸੰਭਾਲੈ ਹੈ। ਸਤਿਗੁਰੂ ਦਾ ਜਿਹੜਾ ਸਰੂਪ ਹੈ ਹਿਰਦੇ ਵਿੱਚ ਕਹਿੰਦੇ ਬਸਾਉਂਦੇ ਸੰਭਾਲਦੇ। ਅਪਰ ਮਨੋਰਥ ਸਭ ਕੋ ਟਾਲ। ਹੋਰ ਜਿੰਨੇ ਸੰਸਾਰੀ ਪੁੰਨ ਫੁਰਨੇ ਉਹਨਾਂ ਨੂੰ ਸਭ ਨੂੰ ਦੂਰ ਕੀਤਾ ਪਰੇ ਕੀਤਾ ਹੋਇਆ। ਨਿਜ ਕੁਲ ਕੋ ਨਿਜ ਗ੍ਰਹਿ ਕੋ ਤਾਜ ਕਰ। ਆਪਣੇ ਜਿਹੜਾ ਕੁਲ ਦਾ ਮਾਨ ਹੈ ਆਪਣਾ ਘਰ-ਬਾਰ ਛੱਡ ਕਰਕੇ ਨਹੀਂ ਜਾਏ ਪੁੰਨ ਕੀਨ ਸੰਭਾਲ। ਇੱਕੋ ਵਾਰੀ ਛੱਡਤਾ ਮੁੜ ਕੇ ਉਹਨੂੰ ਸੰਭਾਲਣਾ ਨਹੀਂ ਕੀਤਾ। ਘਰ ਦਾ ਕੋਈ ਖਬਰਸਾਰ ਨਹੀਂ ਲਈ ਹੈ। ਏਕ ਬਰਖ ਬੀਤਿਓ ਪਿਖ ਸਤਿਗੁਰ। ਜਦੋਂ 1 ਸਾਲ ਗਾਗਰ ਦੀ ਸੇਵਾ ਕਰਦਿਆਂ ਬੀਤ ਗਿਆ ਗੁਰੂ ਅੰਗਦ ਸਾਹਿਬ ਜੀ ਸਤਿਗੁਰਾਂ ਨੇ ਵੇਖ ਕੇ ਗਜ ਡੇਢ ਕਿਤਾਬ ਦੀਨ ਰੁਮਾਲ। 1.5 ਗਜ ਦਾ ਇੱਕ ਰੁਮਾਲ ਜਾਂ ਮਹਾਰਾਜ ਨੇ ਸਿਰੋਂ ਪਾ ਬਖਸ਼ਿਆ। ਸੋ ਲੈ ਕਰ ਨਿਜ ਸੀਸ ਚੜਾਇਓ। ਸਿਰੋਂ ਪਾ ਲੈ ਕੇ ਆਪਣੇ ਸਿਰ ਤੇ ਸਜਾ ਲਿਆ ਆਪ ਜੀ ਨੇ। ਢਿੱਡ ਕਰ ਬਾਧਿਓ ਰਸਰੀ ਨਾਲ। ਆਓ ਸਿਰੋਂ ਪਾ ਨੂੰ ਕਹਿੰਦੇ ਰੱਸੀ ਦੇ ਨਾਲ ਚੰਗੀ ਤਰ੍ਹਾਂ ਕਹਿੰਦੇ ਬੰਨ ਲਿਆ ਹੈ ਮਜਬੂਰ ਜਾ ਕਰਕੇ। ਬੋਹਰ ਉਤਾਰਨ ਕੋ ਨਹਿ ਕੀਨਸ। ਉਹ ਸਿਰੋਂ ਪਾ ਨੂੰ ਮੁੜ ਕੇ ਕਹਿੰਦੇ ਸਿਰ ਤੋਂ ਲਾਇਆ ਨਹੀਂ ਆਪ ਜੀ ਨੇ। ਲੱਖ ਕਰ ਗੁਰੂ ਪ੍ਰਸਾਦ ਵਿਸਾਲ। ਜਾਣ ਕਰਕੇ ਵੀ ਗੁਰੂ ਮਹਾਰਾਜ ਦੀ ਬਹੁਤੀ ਕਿਰਪਾ ਹੈ ਜਿਹੜਾ ਸਰੋਪ ਮਿਲਿਆ ਸੇਵਾ ਕਰਦੇ ਆ। ਕੇਤਿਕ ਨਰ ਜਬ ਮਿਲ ਹੈ ਆਨ ਕਰ। ਕੁਝ ਜਿਹੜੇ ਲੋਕ ਹੈ ਬਾਸਰ ਕੇ ਆ ਕੇ ਮਿਲਦੇ ਇਹਨਾਂ ਨੂੰ। ਬੂਝੈ ਸਾਧਨ ਆਪਨੇ ਚਾਲ। ਉਹਨੂੰ ਪੁੱਛਦੇ ਆ ਵੀ ਤੂੰ ਆਪਣੇ ਘਰ ਨੂੰ ਚੱਲ ਬਜ਼ੁਰਗਾ। ਨਿਜ ਬੰਦਪ ਕੀ ਸੁਧ ਲਿਹੁ ਨੀਕੇ। ਆਪਣੇ ਰਿਸ਼ਤਾ ਦੀ ਆਪਣੇ ਭਰਾਵਾਂ ਦੀ ਤੂੰ ਜਾ ਕੇ ਵੀ ਪੁੱਛਤਾ ਸਾਰੀ ਪੁੱਛ ਪੜਤਾਲ ਕਰ ਰਾਜੀ ਕੁਝ ਪੁੱਛ। ਮੇਲ ਕੁਟੰਬ ਤੁਜ ਚਹਿਤ ਵਿਸਾਲ। ਆਪਣੇ ਪਰਿਵਾਰ ਨੂੰ ਮਿਲ ਬਹੁਤ ਚਾਹੁੰਦਾ ਵੀ ਕਦੋਂ ਬਜ਼ੁਰਗੀ ਆਵੇ। ਕਿਉਂ ਇਤ ਬੈਠ ਰਹਿਓ ਕਿਆ ਲੇਵਹਿ। ਇੱਥੇ ਗੁਰੂ ਅੰਗਦ ਸਾਹਿਬ ਕੋਲ ਕਿਵੇਂ ਬਜ਼ੁਰਗਾ ਤੂੰ ਬੈਠ ਰਹੀ ਹੈ ਇੱਥੇ ਭਲਾ ਤੂੰ ਕੀ ਬੈਠਾ ਲੈਣਾ ਤੈਨੂੰ ਕੀ ਮਿਲਦਾ। ਸਭ ਬਿਦ ਸੰਕਟ ਸਹਿ ਕਰਾਲ। ਹਰ ਤਰ੍ਹਾਂ ਕਰਕੇ ਪਿਆਰ ਗੱਦੋ ਕੀ ਸਾਰਦਾ ਸਾਰੀ ਜਿਹੜੀ ਲੰਗਰ ਵਾਸਤੇ ਚੱਲੇ ਹੀ ਜਾਂਦੇ। ਫਿਰ ਮਹਾਰਾਜ ਦੀ ਸੇਵਾ ਵਾਸਤੇ ਚੱਲਿਆ ਨਾ ਔਖਾ ਹੀ ਹੁੰਦਾ ਤੂੰ। 300 ਕਹੇ ਨ ਹਮਰਾ ਕੋਈ। ਉਹਨਾਂ ਨੂੰ ਵਾਸਰ ਕੇ ਪਿੰਡਿਆਂ ਨੂੰ ਕਹਿੰਦੇ ਵੀ ਸਾਡਾ ਤਾਂ ਹੁਣ ਕੋਈ ਨਹੀਂ। ਹਮ ਕਿਸ ਹੂੰ ਕੇ ਨਹਿ ਕਿਸ ਕਾਲ। ਅਸੀਂ ਕਿਸੇ ਸਮੇਂ ਕਿਸੇ ਦੇ ਨਹੀਂ ਹੈ ਤੇ ਸਾਡਾ ਵੀ ਕੋਈ ਹੈ ਨਹੀਂ ਹੁਣ। ਜਿਉ ਪ੍ਰਵਾਹ ਮੈਂ ਤ੍ਰਿਣ ਮਿਲ ਜਾਵੇ। ਤਾਂ ਜਿਵੇਂ ਪਾਣੀ ਦਾ ਪ੍ਰਵਾਹ ਚੱਲਦਾ ਹੋਵੇ
ਉਹਦੇ ਵਿੱਚ ਜਿਵੇਂ ਘਾਹ ਦੇ ਪੱਠੇ ਜੇ ਮਿਲ ਜਾਂਦੇ ਐ, ਤਥਾ ਮੇਲ ਸਭ ਕੋ ਸਭ ਨਾਲ। ਇਸੇ ਤਰ੍ਹਾਂ ਮੇਲ ਜੋਲ ਸਭ ਦੇ ਨਾਲ ਹੈ। ਉਹ ਪ੍ਰਵਾਹ ਦੇ ਵਿੱਚ ਵੀ ਮਿਲੇ ਹੁੰਦੇ ਘਾਹ ਖੜਾ, ਮਿਲਣਾ ਜੁਲਣਾ ਵਿਛੜਨਾ ਹੈ। ਆਸ ਪ੍ਰਕਾਰ ਸੰਮਤ ਜੁਗ ਪੂਰਨ। ਇਸ ਤਰ੍ਹਾਂ ਸੇਵਾ ਕਰਦਿਆਂ 2 ਸਾਲ ਪੂਰੇ ਹੋ ਗਿਆ। ਸ੍ਰੀ ਗੁਰ ਦੂਜੋ ਦੀਨ ਰੁਮਾਲ। ਲੰਗਰ ਸਾਹਿਬ ਮਹਾਰਾਜ ਨੇ ਦੂਸਰੀ ਵਾਰ ਫਿਰ ਸਿਰੋਪੋ ਰੂਪ ਰੁਮਾਲ ਦੀ ਬਖਸ਼ਿਸ਼ ਕਰ ਦਿੱਤੀ ਹੈ। ਬਖਸ਼ਿਸ਼ ਜਾਨੀ ਸੁਆਮੀ ਕਰ ਕੀ। ਆਪਣੇ ਮਾਲਕ ਸਤਿਗੁਰਾਂ ਦੇ ਹੱਥਾਂ ਦੀ ਬਖਸ਼ਿਸ਼ ਸਮਝੀ ਹੈ। ਨਿਜ ਸਿਰ ਪਾਰ ਬਾਂਧ ਲੀਨ ਤਤਕਾਲ। ਇਸੇ ਤਰ੍ਹਾਂ ਆਪਣੇ ਸੀਸ ਉੱਪਰ ਬੜੀ ਛੇਤੀ ਸਜਾਵ ਜਾ ਰਿਹਾ ਹੈ। ਪੈਸ ਘਟਤ ਨਿਤ ਪ੍ਰੇਮ ਬਦਤ ਚਿਤ। ਉਮਰ ਭਾਵੇਂ ਘਟ ਰਹੀ ਹੈ ਪਰ ਪ੍ਰੇਮ ਪਿਆਰ ਦਿਨੋਂ ਦਿਨ ਬਹੁਤਾ ਵੱਧਦਾ ਹੀ ਜਾ ਰਿਹਾ। ਤਿਉ ਤਿਉ ਸੇਵਾ ਕਰ ਹੈ ਕਿਰਪਾਲ। ਉਵੇਂ ਦਿਆਲੂ ਕਿਰਪਾਲੂ ਸਤਿਗੁਰੂ ਦੀ ਵੱਧ ਚੜ ਕੇ ਸੇਵਾ ਕਰਦੇ। ਨਰ ਉਪਹਾਸ ਜਿਠਾਨਹਿ ਮੂਰਖ। ਜਿਹੜੇ ਮੂਰਖ ਲੋਕ ਹੈ ਆਪ ਜੀ ਨੂੰ ਮਖੌਲ ਵੀ ਕਰਦੇ। ਨਹਿ ਮਾਨੈ ਕਰ ਮੌਨ ਵਿਸਾਲ। ਉਹੀ ਉਹਨਾਂ ਦਾ ਮਖੌਜਾ ਕੀਤਾ ਮਨ ਵਿੱਚ ਮੰਦੇ ਨਹੀਂ, ਖਿਆਲ ਨਹੀਂ ਲੈਂਦੇ, ਚੁੱਪ ਹੀ ਕਰ ਰਹਿੰਦੇ। ਭਾਉ ਭਗਤ ਮਹਿ ਜਾਗੈ ਨਿਤ ਪ੍ਰਤ। ਹਮੇਸ਼ਾ ਪ੍ਰੇਮ ਨਾਲ ਭਗਤੀ ਕਰਨੀ। ਇਹ ਜੋ ਕਹਿੰਦੇ ਸਾਵਧਾਨ ਰਹਿੰਦੇ ਆ, ਜਾਗਦੇ ਰਹਿੰਦੇ। ਸੋਇਓ ਜੇ ਜਗ ਕੇ ਜੰਜਾਲ। ਜਿਹੜੇ ਸੰਸਾਰ ਦੇ ਜੰਜਾਲ ਧੰਦੇ ਉਹਨਾਂ ਵੱਲੋਂ ਤਾਂ ਬਿਲਕੁਲ ਸੌਈ ਗਿਆ, ਉਧਰ ਕੋਈ ਧਿਆਨ ਨਹੀਂ ਦਿੰਦੇ। ਵਸਤਰ ਫਟਤ ਤਨ ਦੁਰਬਲ ਹੋਇਓ। ਭਾਵੇਂ ਸਰੀਰ ਵਸਤਰ ਜਿਹੜੇ ਵਸਤਰ ਪਾੜ ਗਏ, ਸਰੀਰ ਕਮਜ਼ੋਰ ਹੋ ਗਿਆ। ਗੁਰ ਅਨਰਾਗ ਧਰੇ ਰੰਗ ਲਾਲ। ਗੁਰੂ ਕਾ ਪ੍ਰੇਮ ਰੂਪੀ ਜਿਹੜਾ ਲਾਲ ਰੰਗ ਹੈ ਬਹੁਤ ਹੀ ਧਾਰਨ ਕਰ ਰਹੀ, ਉਹ ਲਾਲ ਪ੍ਰੇਮ ਰੂਪ ਬਹੁਤਾ ਚੜ ਰਿਹਾ ਹੈ। ਤ੍ਰਿਤੀ ਬਰਖ ਮਹਿ ਸ੍ਰੀ ਗੁਰ ਅੰਗਦ। ਤੀਜਾ ਸਾਲ ਹੋਇਆ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ। ਤ੍ਰਿਤੀ 1.5 ਗਜ ਦੀਨਹੁ ਚੀਰ। ਤੀਜੀ ਵਾਰ ਕਹਿੰਦੇ 1.5 ਗਜ ਦਾ ਕਹਿੰਦੇ ਰਮਾਲ ਸ਼ਰੋਪਾ ਬਖਸ਼ਿਆ। ਲੈ ਸ੍ਰੀ ਅਮਰ ਹਰਖ ਅਤ ਮਨ ਹੋਇ। ਉਹ ਬਖਸ਼ਿਸ਼ ਲੈ ਕੇ ਗੁਰੂ ਅਮਰਦਾਸ ਸਾਹਿਬ ਜੀ ਮਨ ਵਿੱਚ ਬਹੁਤ ਪ੍ਰਸੰਨ ਹੋ ਗਏ। ਸੀਸ ਚੜਾਏ ਲੀਨ ਮਤ ਧੀਰ। ਬੁੱਧੀ ਦੇ ਧੀਰ ਧਾਰੀ ਆਪਣੇ ਸੀਸ ਦੇ ਉੱਪਰ ਸਜਾ ਲਿਆ, ਚੜਾ ਲਿਆ। ਇੱਕ ਸੇਵਾ ਮੈਂ ਤਤਪਰ ਰਹਿ ਸਦ। ਕਹਿੰਦੇ ਇੱਕ ਸੇਵਾ ਉੱਪਰ ਪੂਰੇ ਤਿਆਰ ਪਰ ਤਿਆਰ ਰਹਿੰਦੇ। ਪ੍ਰੇਮ ਅਧਿਕ ਨਹਿ ਥਕਤ ਸਰੀਰ। ਬਹੁਤਾ ਪ੍ਰੇਮ ਹੈ, ਸਹੀ ਬਿਲਕੁਲ ਕਹਿੰਦੇ ਕੋਈ ਥਕਾਵਟ ਨਹੀਂ ਮਹਿਸੂਸ ਕਰਦਾ ਹੈ। ਚਿਤ ਮਹਿ ਇਹੀ ਕਿ ਰੀਜਹ ਸਤਿਗੁਰ। ਇਸ ਵਿੱਚ ਇਸ ਤਰ੍ਹਾਂ ਦਾ ਖਿਆਲ ਹੈ ਵੀ ਕਿਵੇਂ ਨਾ ਕਿਵੇਂ ਪੂਰੇ ਸਤਿਗੁਰੂ ਮੇਰੇ ਤੇ ਪ੍ਰਸੰਨ ਹੋ ਜਾਣ। ਜੋ ਘਟ ਘਟ ਕੀ ਜਾਣਹਿ ਪੀਰ। ਲੋਕ ਸਤਿਗੁਰੂ ਦਿਲਾਂ ਦਿਲਾਂ ਦੀਆਂ ਪੀੜਾਂ ਤਿਲਕੀਆਂ ਨੂੰ ਜਾਣਨ ਵਾਲੇ। ਕੇਤਿਕ ਦਿਵਸ ਬਤੀਤੇ ਇਸ ਵਿਦ। ਇਸ ਤਰ੍ਹਾਂ ਜਦੋਂ ਸੇਵਾ ਕਰਦੇ ਆ ਕੁਝ ਕੁ ਦਿਨ ਹੋਰ ਲੰਘੇ। ਪੁਨ ਤਿਆਗੀ ਨਿਸ ਨਿੰਦਰਾ ਜੌਨ। ਰਾਤ ਨੂੰ ਕਹਿੰਦੇ ਜਿਹੜਾ ਨੀਂਦ ਕਰਕੇ ਸੌ ਜਾਂਦੇ ਸੀ ਉਹ ਸੌਣਾ ਛੱਡ ਦਿੱਤਾ। ਜਹਾਂ ਬਿਰਾਜਹਿ ਸਤਿਗੁਰ ਸੇਵਾ ਪੂਰ। ਜਹਾਂ ਬਿਰਾਜੇ ਸਤਿਗੁਰ ਪੂਰੇ। ਜਿੱਥੇ ਪੂਰੇ ਸਤਿਗੁਰੂ ਰਾਤ ਦੇ ਸਮੇਂ ਬਿਰਾਜਦੇ ਸਨ। ਸੇਵਾ ਮਹਿ ਆਵਹਿ ਕਰ ਧਰ ਮੌਨ। ਚੁੱਪ ਧਾਰ ਕੇ ਸੇਵਾ ਕਰਨ ਵਾਸਤੇ ਆ ਜਾਂਦੇ ਗੁਰੂ ਅਮਰਦਾਸ। ਗੁਰੂ ਅੰਗੋਸ਼ਟ ਨਿਜ ਸਰਾਪਿਓ ਥੋਜੋ। ਜੋ ਗੁਰੂ ਕੇ ਨੂੰ ਅੰਗੂਠੇ ਨੂੰ ਕਹਿੰਦੇ ਜੋ ਸਤਿਗੁਰਾਂ ਨੇ ਕਹਿੰਦੇ ਸ਼ਰਾਪ ਦਿੱਤਾ ਸੀ, ਅਸਲ ਵਿੱਚ ਤਾਂ ਇਹ ਜਿਹੜੇ ਗੁਰੂ ਘਰ ਦੇ ਨਿੰਦਕ ਚੁਗਲ ਹੈ ਉਹਨਾਂ ਨੇ ਇਹੋ ਜਿਹਾ ਕੋਈ ਇਹਦੇ ਵਿੱਚ ਪਾਇਆ ਹੈ। ਕੋਈ ਉਸ ਤਰ੍ਹਾਂ ਇਹ ਇਹਨਾਂ ਦੇ ਅੰਗੂਠੇ ਤੇ ਉਹ ਥੋੜਾ ਜਿਹਾ ਕਹਿੰਦੇ ਕੋੜ ਹੋ ਰਿਹਾ ਸੀ, ਹੋਰ ਲਾਹੌਰ ਉਧਰ ਜੱਚ ਆਉਂਦਾ ਰਹਿੰਦਾ ਸੀ। ਪਰ ਜਿਹੜੇ ਵਿਦਵਾਨ ਕਵੀ ਉਹਨਾਂ ਨੂੰ ਇਸੇ ਭਾਵਨਾ ਨਾਲ ਚੰਗੇ ਰੂਪ ਵਿੱਚ ਹੀ ਗ੍ਰਹਿਣ ਕਰ ਲਿਆ ਇਸ ਨੂੰ। ਸੋ ਬ੍ਰਿਣ ਪਾਕਿਓ ਪੇਖਕਾਰ ਤੌਨ। ਇਹੋ ਜਿਹੜਾ ਫੋੜਾ ਜਿਹਾ ਪੱਕਿਆ ਨੂੰ ਵੇਖ ਕਰਕੇ ਉਂਝ ਤਾਂ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ। ਅਮਾ ਦ੍ਰਿਸ਼ਟ ਸਭ ਹਰਾ ਕਰੈ ਹਰਸਾ ਪਾਵ ਸਕਲ ਮਲ। ਜਿੱਧਰ ਮੇਰ ਭਰੀ ਨਿਗਾਹ ਕਰਦੇ ਉਹਦੇ ਦੁੱਖ ਦੂਰ ਕਰਦੇ ਸੀ। ਉਹਨਾਂ ਦੇ ਅੰਗੂਠੇ ਤੇ ਐਸਾ ਕੁਝ ਹੋਣਾ ਸੰਭਵ ਜੀ ਗੱਲ ਹੈ। ਮੁਖ ਤੇ ਗਰਮ ਸਵਾਸ ਤੇ ਦੁੱਖ ਨਹਿ। ਕਹਿੰਦੇ ਮੂੰਹ ਦੇ ਸਵਾਸ ਜਦੋਂ ਗਰਮ ਜਾ ਹੁੰਦਾ ਉਹਦੇ ਕਰਕੇ ਦੁੱਖ ਨਹੀਂ ਹੁੰਦਾ।
ਹੁੰਦਾ ਹੈ। ਜਾਂ ਤੇ ਗਹਿ ਆਨਨ ਸੁਖ ਸੌਨ, ਇਹ ਸੁਖ ਨਾਲ ਪੂਰੇ ਸਤਿਗੁਰੂ ਵਿਰਾਜ ਜਾਣ, ਜਿਸ ਕਰਕੇ ਉਹ ਮੂੰਹ ਵਿੱਚ ਅੰਗੂਠਾ ਜਾ ਲੈ ਲੈਂਦੇ। ਜਬ ਮੁਖ ਰੁਦਰ ਰਾਧ ਕਿਛ ਆਵੇ, ਜਦੋਂ ਮੂੰਹ ਦੇ ਵਿੱਚ ਲਹੂ ਜਾਂ ਰਾਨ ਜੀ ਕਹਿੰਦੇ ਕੋਈ ਆ ਜਾਂਦੀ ਹੈ, ਤਿਸ ਕੋ ਥੂਕ ਦੇਹ ਧਰ ਡਾਰ, ਉਸੇ ਵੇਲੇ ਕਹਿੰਦੇ ਉਹਨੂੰ ਥੁੱਕ ਕੇ ਧਰਤੀ ਤੇ ਸੁੱਟ ਦਿੰਦੇ ਆ। ਸੁਖ ਸੋ ਸੈਨ ਕਰੈ ਗੁਰ ਪੂਰੇ, ਪੂਰੇ ਸਤਿਗੁਰੂ ਸੁਖ ਨਾਲ ਵਿਰਾਜ ਜਾਂਦੇ। ਨਹਿ ਦੁਖ ਹੋਏ ਇਮ ਹਿਰਦੈ ਵਿਚਾਰ, ਇਹ ਚ ਵਿਚਾਰਦੇ ਪੂਰੇ ਸਤਿਗੁਰੂ ਨੂੰ ਕਿਸੇ ਤਰ੍ਹਾਂ ਦੀ ਦੁੱਖ ਤਕਲੀਫ ਨਾ ਹੋਵੇ। ਇਤਿਆਦਿਕ ਜਬ ਸੇਵ ਉਠਾਈ, ਇਸ ਤੋਂ ਹਾਲ ਹੈ ਕਿ ਰਾਤ ਦੇ ਸਮੇਂ ਵੀ ਜਦੋਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ, ਸੰਮਤ ਬੀਤ ਗਏ ਤਬ ਚਾਰ, ਸੇਵਾ ਕਰਦਿਆਂ 4 ਸਾਲ ਲੰਘ ਗਏ। ਚੌਥੇ ਦਿਓ ਰੁਮਾਲ ਬਹੁਰ ਤਬ, ਚੌਥੀ ਵਾਰ ਮਹਾਰਾਜ ਨੇ ਸਰੋਪੋ ਰੂਪ ਦੇ ਵਿੱਚ ਰੁਮਾਲ ਦੀ ਬਖਸ਼ਿਸ਼ ਕਰ ਦਿੱਤੀ। ਸੋ ਭੀ ਲੀਨੋ ਸਿਰ ਪਰ ਧਾਰ, ਚੌਥਾ ਵੀ ਸਰੋਪੋ ਆਪ ਜੀ ਨੇ ਸਰੀਰ ਦੇ ਉਸ ਸਿਰ ਉੱਪਰ ਹੀ ਸਜਾ ਬਜਾ ਲਿਆ ਹੈ। ਪੰਜ ਬਰਖ ਮਹਿ ਪੰਜ ਦੀਏ, ਜਦੋਂ 5 ਸਾਲ ਹੋ ਗਿਆ ਫਿਰ 5ਵੀਂ ਵਾਰ ਮਹਾਰਾਜ ਨੇ ਇਸ ਰੁਮਾਲ ਦੇ ਦਿੱਤਾ ਹੈ। ਖਾਸਟ ਬਰਖ ਮਹਿ ਖਾਸਟ ਸੁਦੀਨ, ਜਦੋਂ 6 ਸਾਲ ਹੋ ਗਏ ਵੇ 6ਵੀਂ ਵਾਰ ਆਪ ਜੀ ਨੂੰ ਕਹਿੰਦੇ ਸਰੋਪੋ ਸੰਮਤ ਸਪਤਮ ਮਹਿ ਗੁਰ ਸੇਵਤ, ਸੇਵਾ ਕਰਦਿਆਂ 7ਵਾਂ ਸਾਲ ਹੋ ਗਿਆ। ਪਗ ਅੰਗੋਸ਼ਟ ਧਾਰ ਮੁਖ ਲੀਨ, ਮੇਰਾ ਪੈਰ ਦਾ ਅੰਗੂਠਾ ਮੂੰਹ ਵਿੱਚ ਲੈ ਲੈਂਦੇ। ਭਇਓ ਕੁਛਕ ਪ੍ਰਕਾਸ਼ ਹਿਰਦੇ ਮਹਿ, ਕਿਉਂ ਕਹਿੰਦੇ 7 ਸਾਲ ਸੇਵਾ ਕਰ ਰਿਹਾ, ਕਹਿੰਦੇ ਹਿਰਦੇ ਵਿੱਚ ਕੁਝ ਨਾ ਕੁਝ ਪ੍ਰਕਾਸ਼ ਹੋਇਆ ਹੈ। ਜਿਮ ਅਰਣੁੰਦਾ ਹੋਤ ਨਵੀਨ, ਇਸ ਤਰ੍ਹਾਂ ਕਹਿੰਦੇ ਸੂਰਜ ਸਰ ਦੇ ਨਵੀਂ ਲਾਲੀ ਜੀ ਹੁੰਦੀ ਹੈ। ਕਰਾਮਾਤ ਕੀ ਸ਼ਕਤ ਭਈ ਤਬ, ਜੋ ਕਹਿੰਦੇ ਕਰਾਮਾਤ ਦੀ ਬੜੀ ਭਾਰੀ ਸ਼ਕਤੀ ਹੋਇਆ ਹੀ ਹੈ। ਸਿੱਧੀ ਫੁਰਨ ਲਗੀ ਮਨ ਚੀਨ, ਮਨ ਵਿੱਚ ਜਾਣੇ ਹੋਈ ਸਿੱਧੀਆਂ ਜਿਹੜੀਆਂ ਤਾਕਤਾਂ ਵੀ ਉਹ ਸਫੁਰਨ ਹੋਣ ਲੱਗੀਆਂ, ਅੱਗੇ ਆ ਖੜੀਆਂ। ਮੋਹ ਮਹ ਸ਼ਕਤ ਕਾਮ ਕਿਸ ਆਵੈ, ਇੱਕ ਦਿਨ ਵਿਚਾਰਦੇ ਵੀ ਇਹ ਜਿਹੜੀ ਇਹ ਸ਼ਕਤੀ ਜੀ ਮੇਰੇ ਕੋਲ ਆ ਕੇ ਹੋਈ ਹੈ ਸੇਵਾ ਵਿੱਚ, ਮੇਰੇ ਕਿਸ ਕੰਮ ਆਊਗੀ। ਗੁਰ ਸਰੀਰ ਤੇ ਜੇ ਦੁਖ ਪਾਏ, ਇਹ ਗੁਰੂ ਮਹਾਰਾਜ ਕਹਿੰਦੇ ਉਸ ਮੁੱਠੇ ਨੂੰ ਸਰੀਰ ਨੂੰ ਤਕਲੀਫ ਜੀ ਉਹਦੇ ਕਰਕੇ ਦੁੱਖ ਪਾਉਂਦੇ ਹੋਣ। ਕਰੋ ਅਰੋਗ ਜੋ ਪ੍ਰਣ ਇਹੋ ਸੂਕੈ, ਹਾਂ ਇਹ ਜਿਸ ਕਰਕੇ ਉਹ ਕਹਿੰਦੇ ਐਸੀ ਸ਼ਕਤੀ ਨਾਲ ਉਹ ਕਹਿੰਦੇ ਉਹ ਬਰਣਜਾ ਫੋੜਾ ਸਕਜੇ ਨਿਰੋਗ ਹੋ ਜਾਣ। ਸਰਬ ਪ੍ਰਕਾਰ ਤਬ ਹੈ ਸੁਖ ਪਾਏ, ਪੂਰੇ ਸਤਿਗੁਰੂ ਸਭ ਤਰ੍ਹਾਂ ਕਰਕੇ ਸੁਖ ਪਾਵਣਗੇ। ਇਮ ਵਿਚਾਰ ਕਰ ਆਪਨ ਸ਼ਕਤ ਤੇ, ਇਸ ਤਰ੍ਹਾਂ ਦੀ ਸੋਚ ਵਿਚਾਰ ਕਰਕੇ ਆਪਣੀ ਸ਼ਕਤੀ ਤਾਕਤ ਨਾਲ ਰੋਗ ਅੰਗੋਸ਼ਟ ਦੀਨ ਵਿਨ ਸਾਏ, ਜਿਹੜਾ ਅੰਗੂਠੇ ਦਾ ਰੋਗ ਜਾਂ ਸੀ ਉਹ ਖਤਮ ਕਰ ਦਿੱਤਾ ਹੈ। ਸ੍ਰੀ ਅੰਗਦ ਜੀ ਜਾਗ ਪਿਖਿਓ ਤਬ, ਗੰਗਲ ਸਾਹਿਬ ਜੀ ਆ ਜਾਗੇ ਉਹਨਾਂ ਨੇ ਵੇਖਿਆ ਹੈ। ਚਰਨ ਅੰਗੂਠੇ ਮੈਂ ਬ੍ਰਣ ਨਾਏ, ਜਿਹੜਾ ਚਰਨਾਂ ਦਾ ਅੰਗੂਠਾ ਉਹਦੇ ਫੋੜਾ ਜਿਹਾ ਹੈ ਨਹੀਂ। ਪੁਨ ਜਾਣਿਓ ਸ੍ਰੀ ਅਮਰ ਕੀਨ ਇਹ, ਫਿਰ ਜਾਣ ਲਿਆ ਵੀ ਇਹ ਤਾਂ ਠੀਕ ਠਾਕ ਗੁਰੂ ਅਮਰਦਾਸ ਸਾਹਿਬ ਜੀ ਨੇ ਕਰ ਦਿੱਤਾ ਹੈ। ਕੁਛ ਇੱਕ ਸ਼ਕਤ ਹੋਈ ਇਨ ਆਏ, ਇਹਨਾਂ ਦੇ ਅੰਦਰ ਕੁਝ ਨਾ ਕੁਝ ਕਹਿੰਦੇ ਸ਼ਕਤੀ ਹੋਇਆ ਹੀ ਹੈ। ਸੁਨ ਪੁਰਖਾ ਤੈ ਕਿਆ ਇਹ ਕੀਨਸ, ਕਹਿਣ ਲੱਗੇ ਪੁਰਖਾ ਸੁਣ ਇਹ ਤੁਸਾਂ ਨੇ ਕੀ ਕੀਤਾ ਕਤਰਿਆ ਹੈ। ਜਰਾ ਸ਼ਕਤ ਭੀ ਜਰੀ ਨ ਜਾਏ, ਥੋੜੀ ਜਿੰਨੀ ਜਿਹੜੀ ਸ਼ਕਤੀ ਇਹ ਵੀ ਤੁਹਾਥੋਂ ਜਰੀ ਨਹੀਂ ਜਾਂਦੀ, ਸਹਾਰੀ ਨਹੀਂ ਜਾਂਦੀ ਹੈ। ਤੀਨ ਲੋਕ ਪਤ ਸ੍ਰੀ ਗੁਰ ਨਾਨਕ, ਜੋ ਗੁਰੂ ਨਾਨਕ ਸਾਹਿਬ ਤਿੰਨਾਂ ਲੋਕਾਂ ਦੇ ਜੋ ਮਾਲਕ ਸਨ, ਇਸ ਪਗ ਕੋ ਤਿੰਨ ਸੀਸ ਨਿਵਾਏ, ਉਹਨਾਂ ਨੇ ਕਦੇ ਸਾਡੇ ਚਰਨਾਂ ਤੇ ਸਿਰ ਨਵਾਇਆ ਸੀ। ਉਚਿਤ ਕਾਸ਼ਟ ਕੇ ਹੈ ਇਹ ਸਦ ਹੀ, ਇਸ ਕਰਕੇ ਜਿਹੜੇ ਸਾਡੇ ਚਰਨ ਹਮੇਸ਼ਾ ਦੁੱਖ ਦੇਣ ਯੋਗ ਹੀ ਹੈ। ਕਿਉਂ ਦੀਨੋ ਤੁਮ ਰੋਗ ਗਵਾਏ, ਇਹ ਆਪਣੀ ਸ਼ਕਤੀ ਨਾਲ ਕਿਉਂ ਅੰਗੂਠੇ ਦਾ ਰੋਗ ਜਾਂ ਖਤਮ ਕਰ ਦਿੱਤਾ ਹੈ। ਅਜਰ ਜਰਨ ਹੋਏ ਸੰਤਨ ਕੋ ਔਰ, ਜਿਹੜੇ ਸੰਤਾਂ ਦੇ ਹਿਰਦੇ ਵਿੱਚ ਤਾਂ ਇਹ ਹੁੰਦਾ ਵੀ ਜਿਹੜੀਆਂ ਜੜ ਸ਼ਕਤੀਆਂ ਨੂੰ ਜਰ ਕੇ ਰੱਖਣਾ। ਮਹਾ ਗੰਭੀਰ ਸੁਧੀਰ ਵਿਸਾਲ, ਮਹਾਨ ਗੰਭੀਰਤਾ ਸਹਿਤ ਰਹਿਣਾ, ਬੜੇ ਧੀਰ ਸਹਿਤ ਰਹਿਣਾ। ਸਿਰ ਲਗ ਦੇਤ ਦੇਰ ਨਹਿ ਲਾਗੈ, ਕਹਿੰਦੇ ਸਿਰ ਤੱਕ ਦਿੰਦੇ ਦੇ ਦਿੰਦੇ, ਸੀਸ ਤੱਕ ਦੇ ਦਿੰਦੇ, ਦੇਰੀ ਨਗਾਉਂਦੇ ਆ। ਅਜਮਤ ਨਹਿ ਦਿਖਾਏ
ਕਿਸ ਕਾਲ ਇਹ ਪੂਰਨ ਸੰਤੋ ਕਿਸੇ ਸਮੇਂ ਆਪਣੀ ਤਾਕਤ ਨਹੀਂ ਦਿਖਾਉਂਦੇ ਕਿਸੇ ਨੂੰ। ਐਸੇ ਕਰਤ ਬਦਤ ਨਿਤ ਜਾਵਤ ਜਿਹੜੇ ਇਸ ਤਰ੍ਹਾਂ ਸੰਤ ਕਰਦੇ ਹਮੇਸ਼ਾ ਕਹਿੰਦੇ ਸ਼ਕਤੀਆਂ ਕਰਕੇ ਮਹਾਨ ਵੱਧ ਜਾਂਦੇ ਆ। ਕਿਸੂ ਜਨਾਵੈ ਰਹਿ ਨ ਪਾਲ ਜੇ ਕਿਸੇ ਨੂੰ ਕੋਈ ਸ਼ਕਤੀਆਂ ਜਨਾਉਣ ਨੂੰ ਦਿਖਾਉਣ ਲੱਗੇ ਮੇਰੇ ਫਿਰ ਪੱਲੇ ਕੁਝ ਨਹੀਂ ਰਹਿੰਦਾ ਉਸ ਸੀਸ ਧਰੋ ਦ੍ਰਿੜ ਨਹਿਨ ਵਿਸਾਰੋ। ਇਹ ਸਾਡੀ ਸਿੱਖਿਆ ਧਾਰਨ ਕਰੋ, ਇਹਨੂੰ ਪੱਕਿਆ ਕਰੇ, ਕਦੇ ਇਹਨੂੰ ਛੱਡਣਾ ਨਹੀਂ ਹੈ। ਸਦਾ ਸਮਾਰਹੁ ਪ੍ਰਭੂ ਕਿਰਪਾਲ ਦਇਆਲੂ ਕਿਰਪਾਲੂ ਨੂੰ ਹਮੇਸ਼ਾ ਮਨ ਵਿੱਚ ਚੇਤੇ ਕਰੋ। ਸੁਨ ਸ੍ਰੀ ਅਮਰ ਜੋਰ ਕਰ ਠਾਡੇ ਸੁਣ ਕੇ ਗੁਰੂ ਅਮਰਦਾਸ ਸਾਹਿਬ ਹੱਥ ਜੋੜ ਕੇ ਖੜਿਆ ਹੋ ਗਏ। ਸਿਮਹੁ ਗੁਰੂ ਮੈਂ ਮਨ ਮਤ ਕੀਨ ਇਹ ਗੁਰੂ ਮਾਰਾ ਮਾਫ ਕਰ ਦਿਓ, ਮੈਨੇ ਆਪਣੀ ਇਹ ਮਨਮਤ ਕੀਤੀ ਹੈ। ਨਾਹਿ ਰਜਾਏ ਆਪ ਕੀ ਵਰਤੀ ਆਪ ਜੀ ਜਿਵੇਂ ਆਗਿਆ ਸੀ ਉਹ ਮੈਂ ਉਹਦੇ ਵਿੱਚ ਸੰਸਾਰ ਨਹੀਂ ਵਰਤਿਆ ਚੱਲਿਆ। ਆਪ ਮੈਂ ਕਰੂੰ ਸੀਖ ਜਿਮ ਦੀਨ ਹੁਣ ਮਾਰਾ ਉਸ ਤਰ੍ਹਾਂ ਹੀ ਮੈਂ ਕਰਾਂਗਾ ਜਿਵੇਂ ਆਪ ਜੀ ਨੇ ਸਭ ਸਿੱਖਿਆ ਮੈਨੂੰ ਬਖਸ਼ੀ ਹੈ। ਬਿਰਦ ਵੱਡੋ ਬਖਸ਼ਿੰਦ ਆਪ ਕੋ ਆਪ ਜੀ ਦਾ ਕਹਿੰਦੇ ਬਖਸ਼ਣ ਵਾਲਾ ਬਹੁਤ ਬੜਾ ਵੱਡਾ ਪਿਰਦਾ ਪਰਣ ਹੈ। ਸਾਗਰ ਜਿਮ ਗੰਭੀਰ ਪ੍ਰਵੀਨ ਹਾਂ ਸਤਿਗੁਰੂ ਜਿਵੇਂ ਸਮੁੰਦਰ ਬੜਾ ਡੂੰਘਾ ਹੁੰਦਾ ਇਸ ਤਰ੍ਹਾਂ ਮੜਾ ਸਾਗਰ ਵਾਂਗੂ ਹਿਲਣ ਜੁਲਤੋ ਰਹੇ ਤਾਂ ਧੀਰ ਧਰਾਸੀ ਧਰਤ ਸਦਾ ਤੁਮ ਹਮੇਸ਼ਾ ਕਦੇ ਧਰਤੀ ਵਾਂਗ ਧੀਰ ਧਾਰਨ ਵਾਲੇ ਹੋ। ਹਮ ਕਿਆ ਜਾਣਹਿ ਜੀਵ ਮਲੀਨ ਅਸੀਂ ਤਾਂ ਮਾਰਾ ਮਨ ਕਰਕੇ ਮਲੀਨ ਜੀਵ ਹੈ, ਕੀ ਜਾਣਦੇ ਕੀ ਸਮਝਦੇ ਆ। ਬਿਨਤੀ ਸੁਨ ਪ੍ਰਸੰਨ ਹੋਏ ਪ੍ਰਭ ਹਾਂ ਪਰਮੇਸ਼ਰ ਨੂੰ ਸਤਿਗੁਰੂ ਬੇਨਤੀ ਸੁਣ ਕੇ ਗੁਰੂ ਅਮਰਦਾਸ ਜੀ ਤੋਂ ਪ੍ਰਸੰਨ ਹੋ ਗਏ। ਬਖਸ਼ੇ ਕਰੋ ਨ ਐਸੇ ਫੇਰ ਕਹਿੰਦੇ ਚੰਗਾ ਮਾਫ ਕਰਦਾ ਐਸੇ ਫੇਰ ਨਹੀਂ ਕਰਨਾ ਹੈ। ਪੂਰਬ ਜਸ ਥੋ ਤਾਹਾ ਬਨਾਇਓ ਪਹਿਲਾਂ ਜਿਸ ਤਰ੍ਹਾਂ ਅੰਗੂਠਾ ਜਾ ਸੀ ਉਸੇ ਤਰ੍ਹਾਂ ਫੇਰ ਬਣਾ ਲਿਆ ਹੈ। ਚਰਨ ਅੰਗੂਠੇ ਬ੍ਰਿਨ ਜੋ ਬਡੇਰ ਇਹ ਚਰਨਾਂ ਦੇ ਅੰਗੂਠੇ ਤੇ ਉਹ ਬੜਾ ਕਹਿੰਦੇ ਜ਼ਖਮ ਜਾ ਹੈ ਸੀ ਵੱਡਾ। ਰਾਂਦ ਰੁਦਤ ਚੋਵਤ ਰਹਿ ਥੋਰੋ ਉਹਦੇ ਵਿੱਚ ਕਹਿੰਦੇ ਹਮੇਸ਼ਾ ਰਾਂਦ ਜੀ ਉਹ ਲੋਕ ਚਲੋ ਜਾ ਕੇ ਉਹ ਇਸ ਤਰ੍ਹਾਂ ਖੂਨ ਚੋਂਦਾ ਰਹਿੰਦਾ ਹੈ। ਗੁਰ ਕੀ ਕਥਾ ਅਕਥ ਹੀ ਹੇਰ ਕਵੀ ਜੀ ਕਹਿੰਦੇ ਗੁਰੂ ਕੀ ਅਕਾਸ਼ੀ ਕਥਾ ਵੇਖੀ ਜਾਂਦੀ ਹੈ। ਕਿਸ ਮਹਿ ਸਮਰੱਥ ਜਾਣ ਸਕੈ ਕੋ ਕਿਹਦੇ ਵੀ ਤਾਕਤ ਹੈ ਵੀ ਗੁਰੂ ਕੀ ਇਹਨੂੰ ਜਾਣ ਸਕੇ। ਸੁਰ ਨਰ ਵਿਸਮਹਿ ਦੇਵ ਕਨੇਰ ਜਿਹੜੇ ਦੇਵਤੇ ਆ ਹੋਰ ਲੋਕ ਬਹੁਤੇ ਕਹਿੰਦੇ ਉਹ ਵੀ ਵੇਖ ਵੇਖ ਕੇ ਮਹਾਰਾਜ ਨੂੰ ਚੱਲ ਹੁੰਦੇ ਆ। ਬਰਖ ਇਕਾਦਸ ਸੇਵਾ ਕੀਨ ਜਦੋਂ 11 ਸਾਲ ਤੱਕ ਸੇਵਾ ਕੀਤੀ ਦਿਓ ਰੁਮਾਲ ਇਕਾਦਸ ਪਾਨ ਇਹ 11ਵਾਂ ਰਵਾਲ ਬਖਸ਼ਿਸ਼ ਵਜੋਂ ਆਪ ਜੀ ਨੇ ਬਖਸ਼ਿਆ। ਜੋ ਸੋ ਸਗਰੇ ਸਿਰ ਪਰ ਕਰ ਬੰਧਨ ਉਹ ਸਾਰੇ ਸੀਸ ਉੱਪਰ ਹੀ ਕਹਿੰਦੇ ਸਜਾ ਲਏ। ਰਸਰੀ ਸੰਗ ਸੁਦ੍ਰਿੜਤਾ ਠਾਨ ਰੱਸੀ ਨਾਲ ਉਹਨੂੰ ਚੰਗੀ ਤਰ੍ਹਾਂ ਮਜ਼ਬੂਤ ਕਰ ਲਿਆ ਹੈ। ਵੱਡੋ ਮੁਕਟ ਤਿੰਨ ਕੋ ਤਬ ਹੋਇਓ ਉਹ ਬਖਸ਼ਾਂ ਦਾ ਰਮਾਲਾਂ ਦਾ ਬਹੁਤ ਵੱਡਾ ਕਹਿੰਦੇ ਮੁਕਟ ਹੋ ਗਿਆ, ਦਮਾਲਾ ਹੋ ਗਿਆ ਹੈ। ਨਰ ਅਜਾਨ ਉਪਹਾਸ ਕਰਾਨ ਜਿਹੜੇ ਬੇਸਮਝ ਪੁਰਸ਼ ਆ ਉਹ ਬੜੇ ਮਖੌਲ ਜੇ ਕਰਦੇ। ਨਹ ਜਾਣੈ ਮਹਿਮਾ ਇਸ ਮੁਕਟ ਹੈ ਜਿਹੜਾ ਵੱਡਾ ਸਾਰਾ ਦਮਾਲਾ ਇਸ ਦੀ ਮਹਿਮਾ ਨੂੰ ਨਹੀਂ ਜੇ ਉਹ ਜਾਣਦੇ। ਜਿਸ ਤੇ ਹੋਵੈ ਆਨ ਕੀ ਆਨ ਜਿਸ ਦਮਾਲਿਆਂ ਰਾਹੀਂ ਕਹਿੰਦੇ ਗੱਲ ਹੋਰ ਦੀ ਹੋਰ ਜਾਣੀ ਹੈ, ਮਹਾਨ ਇਹ ਬਖਸ਼ਾਂ ਹੋ ਜਾਣੀਆਂ ਅੱਗੇ ਹੋਰਨਾਂ ਨੂੰ। ਬਰਖ ਦੁਵਾਦਸ ਸੇਵਤ ਆਇਓ ਜਦੋਂ ਸੇਵਾ ਕਰਦਿਆਂ 12ਵਾਂ ਸਾਲ ਚੜ੍ਹਿਆ ਆਇਆ ਹੈ। ਜੀਰਨ ਚੀਰ ਸਰੀਰ ਸੁਸ਼ਾਦ ਵਸਤਰ ਕਹਿੰਦੇ ਪੁਰਾਣੇ ਹੋ ਗਏ, ਸਰੀਰ ਵੀ ਇਸ ਤਰ੍ਹਾਂ ਪੁਰਾਣੇ ਵਸਤਰਾਂ ਨਾਲ ਹੀ ਢਕਿਆ ਰਹਿੰਦਾ ਹੈ। ਪਗ ਮਹਿ ਭਈ ਬਿਆਈ ਫਟ ਕਰ ਪੈਰ ਜੇ ਫੜ ਕੇ ਉਹਨਾਂ ਵਿੱਚ ਵਿਆਈਆਂ ਜੀਆਂ ਹੋ ਜਾਈਆਂ। ਖਾਨ ਪਾਨ ਕੋ ਚਾਹੈ ਨ ਸਾਧ ਖਾਣ ਪੀਣ ਦਾ ਕੋਈ ਸਵਾਲ ਲੈਣੇ ਨਹੀਂ ਚਾਹੁੰਦੇ ਹਨ। ਜਲ ਸੋ ਭੀਜ ਹਾਥ ਤਿਸ ਬਿਦ ਪੇ ਜਲ ਨਾਲ ਹੱਥ ਭਿੱਜ ਕੇ ਇਸੇ ਤਰ੍ਹਾਂ ਜਿਵੇਂ ਵਿਆਈਆਂ ਫਟੀਆਂ ਉਹਦੇ ਹੱਥਾਂ ਵਿੱਚ ਵੀ ਆਏ ਜੇ ਪਾਰ ਹੋ ਗਏ।
ਕਬ ਬੈਠੈ ਸੁਨ ਸ਼ਬਦ ਸੁਨਾਦ। ਅਰੇ ਕਹਿੰਦੇ ਸ਼ਬਦ ਸੁਣਨ ਵਾਸਤੇ ਬਹਿ ਜਾਂਦੇ ਆ, ਸ਼ਬਦ ਸੁਣਦੇ, ਉਹਦੀ ਆਵਾਜ਼ ਸੁਣਦੇ ਆ। ਘਾਲੀ ਘਾਲ ਅਧਿਕ ਜਬ ਐਸੇ। ਗੁਰੂ ਕੇ ਲੰਗਰ ਦੀ, ਗੁਰੂ ਅੰਗਦ ਸਾਹਿਬ ਜੀ ਜਦੋਂ ਬੜੀ ਕਹਿੰਦੇ ਸੇਵਾ ਦੀ ਘਾਲਣਾ ਘਾਲੀ ਇਹਨਾਂ ਨੇ। ਦੇਖਤ ਸਿੱਖ ਹੋਏ ਬਿਸਮਾਦ। ਜਿਹੜੇ ਸਿਆਣੇ ਵੇਖ ਵੇਖ ਕੇ ਸਿੱਖ ਅਚਰਜ ਹੋ ਰਿਹਾ ਵੀ ਵੇਖੋ ਐਡੀ ਵੱਡੀ ਬਿਰਧ ਅਵਸਥਾ ਹੈ ਤੇ ਫਿਰ ਵੀ ਸਾਰਾ ਦਿਨ ਸਾਰੀ ਰਾਤ ਸੇਵਾ ਵਿੱਚ ਲੱਗੇ ਰਹਿੰਦੇ ਹੈ। ਇਸ ਅਵਸਥਾ ਵਿੱਚ ਆ ਕੇ ਇੰਨੀ ਸੇਵਾ ਕੌਣ ਕਰ ਸਕਦਾ ਹੈ? ਇਹ ਤਾਂ ਵੀ ਇਹ ਬਜ਼ੁਰਗ ਹੀ ਕਰ ਸਕਦਾ ਹੈ। ਮਹਾਰਾਜ ਦੀ ਬੜੀ ਕਿਰਪਾ ਬਖਸ਼ਿਸ਼ ਇਹਨਾਂ ਤੇ, ਜੋ ਸੇਵਾ ਨੂੰ ਵੇਖ ਵੇਖ ਕੇ ਚਰਜ ਹੋ ਰਹੇ ਹੈ। ਜਿਵੇਂ ਬਖਸ਼ਾਂ ਹੋਈਆਂ ਸੇਵਾ ਕਰਕੇ ਉਹ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਆਵੇਗਾ। ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਹੀ ਸਰਵਣ ਕਰਕੇ ਲਾਹਾ ਲਵਾਂਗੇ ਜੀ। ਘਾਲੀ ਘਾਲ ਅਧਿਕ ਜਬ ਐਸੇ। ਦੇਖਤ ਸਿੱਖ ਹੋਏ ਬਿਸਮਾਦ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਦੁਤੀਏ ਮਹੱਲੇ ਸ੍ਰੀ ਅਮਰਦੇਵ ਜੀ ਸੇਵਾ ਪ੍ਰਸੰਗ ਵਰਣਨ ਨਾਮ ਨਵਮੋ ਮੰਦਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚੁੱਚ ਹੈ ਪਾਰ ਬ੍ਰਹਮ ਅਵਿਨਾਸ਼ੀ ਅਗਨਾਸ਼। ਹੇ ਪੂਰਨ ਹੈ ਸਰਬ ਮੈਂ ਸੁਖ ਭੰਜਨ ਗੁਣਤਾਰ। ਹੇ ਸੰਗੀ ਹੈ ਨਿਰੰਕਾਰ। ਹੇ ਨਿਰਗੁਣ ਸਭ ਟੇ। ਹੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਭਵੇ। ਹੇ ਅਪਰੰਪਰ ਹਰ ਹਰੇ ਹੈਪੀ ਹੋਵਨਹਾਰ। ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਰੱਖੋ ਹਿਆ ਪਰੋ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚਲੇ ਸੋ ਤੇਰੇ ਪਾਰ। ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨਹਾਰ। ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ। ਤੂੰ ਠਾਕੁਰ ਤੁਮ ਹੈ ਅਰਦਾਸ। ਮਾਤ ਪਿਤਾ ਹਉ ਬਾਰਿਕ ਤੇ। ਤੁਮਰੀ ਕਿਰਪਾ ਮਹਿ ਸੂਖ ਕਰੇ।